ਜੇਕਰ ਉਸ ਨੁਸਖੇ ਨੂੰ ਨਸ਼ੇੜੀ ਮੁੰਡੇ ਕੁੜੀਆਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੈਂਦੇ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਫੌਰਨ ਜਿਹੜੀ ਰਾਹਤ ਮਿਲਣੀ ਸ਼ੁਰੂ ਹੋ ਸਕਦੀ ਹੈ। ਇਹ ਪੱਤੀਆਂ ਨਾ ਸਮਝੀਆਂ ਜਾਣ, ਇਹਨੂੰ ਗੋਲੀਆਂ, ਕੈਪਸੂਲ ਔਰ ਜਿਹੜੇ ਟੀਕੇ ਇਸ ਵੇਲੇ ਨੌਜਵਾਨ ਮੁੰਡੇ ਕੁੜੀਆਂ ਪੂਰੀ ਦੁਨੀਆ ਭਰ ਦੇ ਵਿੱਚ, ਮੁਲਕ ਦੇ ਵਿੱਚ, ਖਾਸ ਕਰਕੇ ਪੰਜਾਬ ਦੇ ਵਿੱਚ ਫਿਰ ਲਗਾ ਰਹੇ ਨੇ, ਉਹਨਾਂ ਦਾ ਤੋੜ ਹੈ। ਅਦਰਕ ਹੈ, ਅਦਰਕ ਰੱਖਿਆ ਹੋਇਆ ਹੈ। ਅਦਰਕ ਦੇ ਛੋਟੇ ਛੋਟੀਆਂ ਮਾਚਿਸ ਦੀਆਂ ਜਿਹੋ ਜਿਹੀਆਂ ਤਿੱਲੀਆਂ ਨੇ, ਇਹ ਤਿੱਲੀਆਂ ਦੇ ਰੂਪ ਦੇ ਵਿੱਚ ਦੇਖੋ। ਤੁਸੀਂ ਕਹਿ ਰਹੇ ਹੋ ਕਿ ਜੀਭ ਵਾਲੀ ਗੋਲੀ ਖਤਰਨਾਕ ਹੈ। ਬਿਲਕੁਲ ਖਤਰਨਾਕ ਹੈ ਜੀ। ਅਸੀਂ ਤਾਂ ਇਸ ਚੀਜ਼ ਨੂੰ, ਸਾਡੇ ਕੋਲੇ ਪੇਸ਼ੈਂਟ ਖੁਦ ਆ ਕੇ ਇਸ ਚੀਜ਼ ਨੂੰ ਮੰਨਦੇ ਆ ਵੀ ਜਦੋਂ ਮੈਂ ਨਸ਼ਾ ਕਰ ਰਿਹਾ ਸੀਗਾ ਫੀਮ ਦਾ, ਭੁੱਕੀ ਦਾ, ਤਾਂ ਮੈਨੂੰ ਇੰਨੀ ਜ਼ਿਆਦਾ ਪ੍ਰੋਬਲਮ ਨਹੀਂ ਹੋ ਰਹੀ ਸੀਗੀ। ਜਦੋਂ ਕਿ ਮੈਂ ਆਹ ਜੀਭ ਵਾਲੀ ਗੋਲੀ ਤੇ ਲੱਗਿਆ, ਉਸ ਤੋਂ ਬਾਅਦ ਤਾਂ ਮੈਂ ਮਤਲਬ ਸਰੀਰਕ ਤੌਰ ਤੇ ਵੀ ਮੈਨੂੰ ਦਿੱਕਤਾਂ ਆਉਣੀਆਂ ਸ਼ੁਰੂ ਹੋ ਗਈਆਂ। ਕਦੇ ਮੈਨੂੰ ਕੋਈ ਲੀਵਰ ਦੇ ਵਿੱਚ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ ਜਾਂ ਮੈਨੂੰ ਕਿਡਨੀ ਦੇ ਵਿੱਚ ਪ੍ਰੋਬਲਮ ਆ ਗਈ। ਕਿਉਂਕਿ ਜਦੋਂ ਆਪਾਂ ਜੀਭ ਦੇ ਥੱਲੇ ਇਸ ਗੋਲੀ ਨੂੰ ਰੱਖਦੇ ਆ ਨਾ, ਇਹ ਜੀਭ ਦੀ ਗੋਲੀ ਜਿਹੜੀ ਹੈਗੀ ਹੈ ਸਿੱਧਾ ਆਪਣੇ ਹਾਰਟ ਦੇ ਉੱਤੇ ਜਾ ਕੇ ਜਾਂ ਆਪਣੇ ਔਰਗਨਸ ਦੇ ਉੱਤੇ ਜਾ ਕੇ ਇਫੈਕਟ ਕਰਦੀ ਹੈ। ਪਰ ਮੈਨੂੰ ਇਹ ਦੱਸੋ ਵੀ ਇਸ ਤਰ੍ਹਾਂ ਦਾ ਅਦਰਕ ਦੇ ਵਿੱਚ ਕੀ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਨਸ਼ਾ ਛੁਡਾ ਦੇਗਾ? ਕੌਣ ਮੰਨੇਗਾ ਇਹ ਗੱਲ ਜੀ? ਇਵੇਂ ਵੀ ਰੱਖ ਸਕਦੇ ਹਾਂ। ਅੱਛਾ, ਇਸ ਨੂੰ ਆਪਾਂ ਨੀਚੇ ਵੀ ਰੱਖ ਸਕਦੇ ਹਾਂ। ਜਦੋਂ ਹਾਂਜੀ, ਜਦੋਂ ਆਪਾਂ ਇਸ ਨੂੰ ਜੀਭ ਤੇ ਰੱਖਾਂਗੇ, ਆਪਣੇ ਜੀਭ ਦੇ ਉੱਤੇ ਇੱਕ ਚੁਰਚਰਾਪਨ ਆਪਾਂ ਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਏਗਾ। ਜਦੋਂ ਇਹ ਜੀਭ ਦੇ ਉੱਤੇ ਰੱਖ ਲਈ ਗਈ ਤਾਂ ਇਹ ਉਹ ਕੰਮ ਕਰੇਗੀ ਜਿਹੜਾ ਕੰਮ ਗੋਲੀ ਕਰਦੀ ਹੈ ਜੀਭ ਤੇ, ਜੀਭ ਦੇ ਹੇਠਾਂ ਰੱਖਣ ਵਾਲੀ। ਬਿਲਕੁਲ ਬਿਲਕੁਲ। ਇਹਦੇ ਨਾਲ ਫਿਰ ਤੁਸੀਂ ਜਿਹੜਾ ਕਹਿੰਦੇ ਹੋ ਕਿ ਜਿਹੜੇ ਚਿੱਟੇ ਤੇ ਲੱਗੇ ਹੋਏ ਨੇ, ਭੁੱਕੀ ਤੇ ਲੱਗੇ ਹੋਏ ਨੇ, ਅਫੀਮ ਤੇ ਲੱਗੇ ਹੋਏ ਨੇ, ਕੈਪਸੂਲਾਂ ਤੇ ਲੱਗੇ ਹੋਏ ਨੇ, ਟੀਕਿਆਂ ਤੇ ਲੱਗੇ ਹੋਏ ਨੇ, ਉਹ ਸਾਰਿਆਂ ਦੀਆਂ ਚੀਜ਼ਾਂ ਦਾ ਇਹ ਸਮਝਾਓ ਵੀ ਇਹ ਕਰੂਗਾ ਕੀ? ਦੇਖੋ, ਤੁਸੀਂ ਇਸ ਨੂੰ ਕੁੱਟਣਾ ਹੈਗਾ ਤਾਂ ਇਸ ਨੂੰ ਇਸੇ ਤਰ੍ਹਾਂ ਕੁੰਡੀ ਦੇ ਵਿੱਚ ਪਾ ਕੇ ਜਦੋਂ ਥੋੜਾ ਜਿਹਾ ਇਸ ਤਰ੍ਹਾਂ ਇਸ ਨੂੰ ਤੁਸੀਂ ਹੈਮਰ ਨਾਲ ਇਸ ਨੂੰ ਤੁਸੀਂ ਕਰੋਗੇ, ਠੀਕ ਹੈ ਜੀ। ਆਹ ਦੇਖੋ, ਇਹਦੇ ਨਿਕਲਿਆ ਜੀ ਰਸਤਾ, ਨਿਕਲਿਆ, ਇਹਦੇ ਵਿੱਚ ਦੇਖੋ ਰਸ ਨਿਕਲਿਆ। ਸ਼ਰਾਬੀ ਬੰਦਾ ਸ਼ਰਾਬ ਨੂੰ ਮੁਹੱਬਤ ਕਰਨ ਦੀ ਥਾਂ ਤੇ, ਤੋੜ ਵੱਜਣ ਦੀ ਥਾਂ ਤੇ ਉਹ ਨਫ਼ਰਤ ਕਰਨ ਲੱਗ ਜਾਏਗਾ। ਕੁਦਰਤੀ ਨੁਸਖਾ ਹੈ। ਬਿਲਕੁਲ। ਜਿੰਨਾ ਆਪਾਂ ਅਦਰਕ ਦਾ ਰਸ ਪਾਵਾਂਗੇ ਉਨਾ ਹੀ ਆਪਾਂ ਨੇ ਪੁਦੀਨੇ ਦਾ ਰਸ ਪਾਉਣਾ ਹੈ। ਇਹਨੂੰ ਬਰਾਬਰ ਮਾਤਰਾ 'ਚ ਲੈ ਕੇ ਆਪਾਂ ਨੇ ਚੰਗੀ ਤਰ੍ਹਾਂ ਇਸ ਨੂੰ ਮਿਲਾ ਕੇ ਤਾਂ ਇਸ ਨੂੰ ਆਪਾਂ ਨੇ ਪੀ ਲੈਣਾ ਹੈ। ਜੀ ਜੀ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਥੋੜੀ ਦੇਰ ਬਾਅਦ ਦੇਖੋਗੇ ਜਦੋਂ ਆਪਾਂ ਨੂੰ ਨਸ਼ੇ ਦੀ ਤੋੜ ਜਿਹੜੀ ਲੱਗ ਰਹੀ ਸੀ ਉਹ ਥੋੜੀ ਦੇਰ ਬਾਅਦ ਉਹ ਘਟਣੀ ਸ਼ੁਰੂ ਹੋ ਜਾਏਗੀ। ਲੋਕਾਂ ਨੂੰ ਇਹ ਆਦਤ ਹੈ ਕਿ ਉਹ ਸ਼ਰਾਬ ਪੀ ਕੇ ਆਪਣੇ ਪਾਰਟਨਰ ਕੋਲ ਜਾਂਦੇ ਨੇ। ਤੁਸੀਂ ਦੱਸ ਰਹੇ ਸੀ ਮੈਨੂੰ, ਤੁਸੀਂ ਜਿਵੇਂ ਬਿਹਾਈਂਡ ਦਾ ਕੈਮਰਾ ਤੁਸੀਂ ਮੈਨੂੰ ਦੱਸਿਆ ਹੈ ਕਿ ਉਹਦਾ ਡਬਲ ਨੁਕਸਾਨ ਹੈ। ਜੋ ਉਹ ਸੋਚਦਾ ਕਿ ਸ਼ਾਇਦ ਮੈਂ ਨਸ਼ਾ ਕਰਨ ਤੋਂ ਬਾਅਦ ਆਪਣੇ ਪਾਰਟਨਰ ਨੂੰ ਉਹ ਸੁੱਖ ਦੇ ਪਾਊਂਗਾ ਜੋ ਮੈਂ ਬਿਨਾਂ ਨਸ਼ੇ ਤੋਂ ਨਹੀਂ ਦੇ ਪਾ ਰਿਹਾ। ਵੈਜੀ, ਕਿਉਂਕਿ ਜਿਹੜੇ ਨੁਸਖੇ ਹੈਗੇ ਨੇ, ਆਯੁਰਵੈਦਿਕ ਨੁਸਖੇ ਹੈਗੇ ਨੇ, ਬਹੁਤ ਸਾਡੇ ਦਰਸ਼ਕਾਂ ਨੇ, ਇਹ ਜਿਹੜੇ ਪੀੜਤ ਪਰਿਵਾਰ ਨੇ, ਉਹਨਾਂ ਨੇ ਅਪਣਾਏ ਵੀ ਹੋਣੇ ਨੇ ਜੀ ਇਹ ਨੁਸਖੇ। ਤੇ ਫਿਰ ਜਿੱਥੇ ਉਹ ਨਹੀਂ ਕੰਮ ਕਰਦੇ ਜੀ, ਬਹੁਤ ਸਾਰੇ ਥਾਵਾਂ ਤੇ ਨਹੀਂ ਕੰਮ ਕਰਦੇ, ਉਹਨਾਂ ਦਾ ਕੀ ਕਾਰਨ ਕੀ ਹੁੰਦਾ? ਪਰ ਫਿਰ ਉਹਦੇ ਲਈ ਦੇਖੋ ਅਸੀਂ ਬੈਠੇ ਹੈਗੇ ਹਾਂ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ। ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ। ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਨੂੰ ਨਸ਼ਿਆਂ ਨੇ ਅਜਿਹਾ ਜਕੜਿਆ ਹੋਇਆ ਹੈ ਕਿ ਸਰਕਾਰਾਂ ਤੱਕ ਹਿੱਲੀਆਂ ਪਈਆਂ ਨੇ। ਕਿਸੇ ਵੀ ਪਾਸਿਓਂ ਕੋਈ ਵੀ ਜਿਹੜੀ ਅਸੀਂ ਕਹਿ ਲਈਏ ਕਿ ਸੁੱਖ ਦਾ ਸਾਹ ਹੈ ਜਿਹੜਾ ਨੌਜਵਾਨ ਨੇ, ਜੋ ਮੁੰਡੇ ਕੁੜੀਆਂ ਨਸ਼ੇ ਦੇ ਵਿੱਚ ਗਲਤਾਨ ਨੇ, ਉਹਨਾਂ ਦੇ ਪਰਿਵਾਰਾਂ ਨੂੰ ਨਹੀਂ ਆ ਰਿਹਾ। ਪਰ ਅੱਜ ਅਸੀਂ ਤੁਹਾਡੇ ਵਾਸਤੇ ਇੱਕ ਅਜਿਹਾ ਆਯੁਰਵੈਦਿਕ ਨੈਚੁਰਲ ਨੁਸਖਾ ਲੈ ਕੇ ਆਏ ਹਾਂ ਕਿ ਜੇਕਰ ਉਸ ਨੁਸਖੇ ਨੂੰ ਨਸ਼ੇੜੀ ਮੁੰਡੇ ਕੁੜੀਆਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੈਂਦੇ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਫੌਰਨ ਜਿਹੜੀ ਰਾਹਤ ਮਿਲਣੀ ਸ਼ੁਰੂ ਹੋ ਸਕਦੀ ਹੈ। ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਦੇ ਹਾਂ। ਇਹ ਪੁਦੀਨਾ ਹੈ ਜਿਸ ਨੂੰ ਵੈਦ ਸੁਸ਼ੀਲ ਜੀ ਨੇ ਰੱਖਿਆ ਹੈ ਔਰ ਇਹ ਪੁਦੀਨੇ ਦਾ ਪਾਣੀ ਹੈ ਔਰ ਇੱਥੇ ਜਿਹੜਾ ਅਦਰਕ ਹੈ, ਅਦਰਕ ਰੱਖਿਆ ਹੋਇਆ ਹੈ। ਅਦਰਕ ਦੇ ਛੋਟੇ ਛੋਟੀਆਂ ਮਾਚਿਸ ਦੀਆਂ ਜਿਹੋ ਜਿਹੀਆਂ ਤਿੱਲੀਆਂ ਨੇ, ਇਹ ਤਿੱਲੀਆਂ ਦੇ ਰੂਪ ਦੇ ਵਿੱਚ ਦੇਖੋ। ਵੈਦ ਸੁਸ਼ੀਲ ਜੀ ਦਾ ਕਹਿਣਾ ਹੈ ਕਿ ਇਹਨੂੰ ਤਿੱਲੀ ਨਾ ਸਮਝਿਆ ਜਾਵੇ, ਇਹਨੂੰ ਰਾਮਬਾਣ ਨੁਸਖਾ ਸਮਝਿਆ ਜਾਵੇ। ਉਹ ਨੁਸਖਾ ਜਦੋਂ ਹੀ ਇਹ ਨਸ਼ੇੜੀ ਬੰਦੇ ਦੇ ਜੀਭ ਦੇ ਉੱਤੇ ਰੱਖਿਆ ਜਾਣਾ ਹੈ
ਤਾਂ ਉਹਦੇ ਸਰੀਰ ਨੇ ਆਟੋਮੈਟਿਕਲੀ ਆਪਣੇ ਆਪ ਹੀ ਤਰ੍ਹਾਂ ਤਰ੍ਹਾਂ ਦੇ ਸਿਗਨਲ ਨੇ ਜਿਹੜੇ ਉਹ ਛੱਡਣੇ ਸ਼ੁਰੂ ਕਰਦੇ ਨੇ ਤੇ ਉਸ ਤੋਂ ਬਾਅਦ ਉਹਨੂੰ ਰਾਹਤ ਮਿਲਣੀ ਸ਼ੁਰੂ ਹੋ ਜਾਂਦੀ ਹੈ। ਇਹ ਨੁਸਖਾ ਬਣਨਾ ਕਿਵੇਂ ਹੈ, ਬਣਾਉਣਾ ਕਿਵੇਂ ਹੈ? ਸਰਦੀਆਂ 'ਚ ਇਹਦਾ ਇਸਤੇਮਾਲ ਕਰਨ ਦਾ ਅੱਡ ਢੰਗ ਹੈ, ਗਰਮੀਆਂ 'ਚ ਇਹਦਾ ਇਸਤੇਮਾਲ ਕਰਨ ਦਾ ਅੱਡ ਢੰਗ ਹੈ। ਬਹੁਤੀਆਂ ਗੱਲਾਂ ਨਾ ਕਰਦੇ ਹੋਏ ਸਿੱਧੇ ਅਸੀਂ ਅੱਜ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਵੈਦ ਸੁਸ਼ੀਲ ਜੀ ਨਾਲ। ਵੈਦ ਜੀ, ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ 'ਚ। ਨਮਸਕਾਰ ਜੀ। ਤੁਹਾਡਾ ਕਹਿਣਾ ਹੈ, ਤੁਹਾਡਾ ਦਾਅਵਾ ਹੈ ਕਿ ਇਸ ਨੁਸਖੇ ਨੇ ਹਜ਼ਾਰਾਂ ਮੁੰਡੇ ਕੁੜੀਆਂ ਦੀਆਂ ਜ਼ਿੰਦਗੀਆਂ ਜਿਹੜੀਆਂ ਉਹ ਬਦਲ ਕੇ ਰੱਖ ਦਿੱਤੀਆਂ ਨੇ। ਇਸ ਤਰ੍ਹਾਂ ਦਾ ਹੈ ਕਿ ਇਸ ਤੋਂ ਪਹਿਲਾਂ ਕਿ ਅਸੀਂ ਨੁਸਖੇ ਬਾਬਤ ਸ਼ੁਰੂ ਕਰੀਏ, ਨੁਸਖੇ ਬਾਬਤ ਤੁਹਾਨੂੰ ਪੁੱਛੀਏ, ਸਾਨੂੰ ਇਹ ਦੱਸੋ ਕਿ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ, ਫਿਰ ਸਾਡੇ ਮੁਲਕ 'ਚ, ਫਿਰ ਖਾਸ ਕਰਕੇ ਪੰਜਾਬ ਦੇ ਵਿੱਚ ਨਸ਼ੇ ਦਾ ਜਿਹੜਾ ਰੋਗ ਹੈਗਾ ਉਹ ਇੰਨਾ ਜ਼ਿਆਦਾ ਕਿਉਂ ਵੱਧ ਰਿਹਾ? ਸਰ, ਜਿਹੜਾ ਸਾਡੇ ਪੰਜਾਬ ਦੇ ਜਿਹੜੇ ਮੁੰਡੇ ਕੁੜੀਆਂ ਨਸ਼ੇ ਦੀ ਗ੍ਰਿਫਤ ਦੇ ਵਿੱਚ ਫਸਦੇ ਜਾ ਰਹੇ ਨੇ, ਉਹਦੇ ਕਈ ਕਾਰਨ ਨੇ। ਜਿਵੇਂ ਕਿ ਅੱਜ ਕੱਲ੍ਹ ਸਰੀਰਕ ਕਮਜ਼ੋਰੀ ਨੂੰ ਲੈ ਕੇ ਕਈ ਬੰਦੇ ਇਸ ਗ੍ਰਿਫਤ ਦੇ ਵਿੱਚ ਫਸ ਜਾਂਦੇ ਨੇ, ਮੁੰਡੇ ਕੁੜੀਆਂ, ਕਿਉਂਕਿ ਸਰੀਰਕ ਕਮਜ਼ੋਰੀ ਦੇ ਉਸ ਦੇ ਕਰਕੇ ਉਹਨਾਂ ਨੂੰ ਇਸ ਦੇ ਵਿੱਚ ਥੋੜ੍ਹੀ ਜਿਹੀ ਸਰੀਰ ਦੇ ਵਿੱਚ ਐਨਰਜੀ ਨਜ਼ਰ ਲੱਗਦੀ ਹੈ, ਜਿਹਦੇ ਵਿੱਚ ਤਾਕਤ ਆਉਂਦੀ ਹੈ, ਅਤੇ ਉਸ ਵਜ੍ਹਾ ਕਰਕੇ ਉਹ ਨਸ਼ੇ ਨੂੰ ਪਹਿਲਾਂ ਤਾਂ ਥੋੜ੍ਹੀ ਮਾਤਰਾ 'ਚ ਲੈਣਾ ਸ਼ੁਰੂ ਕਰਦੇ ਹੈ। ਲੇਕਿਨ ਜਦੋਂ ਉਹ ਉਸ ਨੂੰ ਥੋੜ੍ਹੇ ਦਿਨ ਜਾਂ ਥੋੜ੍ਹੇ ਦੇਰ ਤੱਕ ਲਗਾਤਾਰ ਲੈਣਾ ਸ਼ੁਰੂ ਕਰਦੇ ਹੈ, ਉਸ ਤੋਂ ਬਾਅਦ ਕਦੋਂ ਉਹਨਾਂ ਦੇ ਸਰੀਰ ਦੀ ਇਹ ਆਦਤ ਬਣ ਜਾਂਦੀ ਹੈ ਉਹਨਾਂ ਨੂੰ ਖੁਦ ਵੀ ਨਹੀਂ ਪਤਾ ਚੱਲਦਾ, ਅਤੇ ਉਹ ਇਸ ਦਲਦਲ ਦੇ ਵਿੱਚ ਫਸਦੇ ਚਲੇ ਜਾਂਦੇ ਹੈ। ਫਿਰ ਉਹ ਨਸ਼ਾ ਛੱਡ ਨਹੀਂ ਪਾਉਂਦੇ ਜਲਦੀ। ਪਰ ਸ਼ੁਰੂਆਤ ਤਾਂ ਇੱਕ ਬੀਅਰ ਦੀ ਬੋਤਲ ਤੋਂ ਕਰਵਾ ਦਿੱਤੀ ਜਾਂਦੀ ਹੈ, ਜਿਹਨੂੰ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਪੀ ਲੈਣੀ ਚਾਹੀਦੀ ਹੈ, ਇਹਦਾ ਬੜਾ ਫਾਇਦਾ ਹੈ। ਜ਼ਿਆਦਾਤਰ ਇਹੀ ਹੁੰਦਾ ਹੈ, ਸ਼ੁਰੂਆਤ ਯਾਰ ਦੋਸਤ ਨਾਲ ਦੀ ਸੰਗਤ ਹੀ ਕਰਵਾ ਦਿੰਦੀ ਹੈ। ਉਹਦਾ ਕੋਈ ਫਾਇਦਾ ਹੁੰਦਾ ਜਾਂ ਉਹ ਵੀ ਬਸ ਇੱਕ ਐਵੇਂ ਹੀ ਪੀਣ ਦੇ ਬਹਾਨੇ ਨੇ? ਸਰ, ਉਹ ਇੱਕ ਵੈਸੇ ਹੀ ਪੀਣ ਦੇ ਬਹਾਨੇ ਨੇ। ਇਸ ਤਰ੍ਹਾਂ ਦਾ ਕੋਈ ਵੀ ਨਹੀਂ ਹੈਗਾ। ਕੋਈ ਵੀ ਨਸ਼ਾ ਤੁਹਾਡੇ ਸਰੀਰ ਨੂੰ ਫਾਇਦਾ ਨਹੀਂ ਦੇ ਸਕਦਾ। ਉਹ ਸ਼ੁਰੂ ਦੇ ਵਿੱਚ ਪੇਸ਼ੈਂਟ ਨੂੰ, ਮਰੀਜ਼ ਨੂੰ ਐਂ ਲੱਗਦਾ ਕਿ ਸ਼ਾਇਦ ਮੈਂ ਨਸ਼ਾ ਕਰਕੇ ਆਪਣੇ ਕੁਛ ਸਰੀਰ 'ਚ ਚੁਸਤੀ ਫੁਰਤੀ ਆ ਗਈ, ਜਿਹਦੀ ਵਜ੍ਹਾ ਕਰਕੇ ਉਹਨੂੰ ਲੱਗਦਾ ਵੀ ਸ਼ਾਇਦ ਇਹ ਨਸ਼ੇ ਕਰਕੇ ਮੈਂ ਇੱਕ ਬਹੁਤ ਜ਼ਿਆਦਾ ਕੋਈ ਅਚੀਵਮੈਂਟ ਹਾਸਿਲ ਕਰ ਲਾਂਗਾ ਜਾਂ ਬਾਰਕਾ ਮਾਰ ਲਾਂਗਾ। ਹਾਂ, ਲੇਕਿਨ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ। ਥੋੜ੍ਹੇ ਦਿਨਾਂ ਤੱਕ ਤਾਂ ਹੋ ਸਕਦਾ ਵੀ ਉਸ ਨੂੰ ਉਸ ਨਸ਼ੇ ਦੇ ਅਸਰ ਦੇ ਕਰਕੇ ਥੋੜ੍ਹਾ ਜਿਹਾ ਸਰੀਰ 'ਚ ਚੁਸਤੀ ਰਹੇ, ਆਪਣੇ ਆਪ ਨੂੰ ਉਹ ਹਰ ਇੱਕ ਕੰਮ ਦੇ ਵਿੱਚ ਪਰਫੈਕਟ ਸਮਝੇ, ਕਿਉਂਕਿ ਉਹਦਾ ਜਿਹੜਾ ਮਾਨਸਿਕ ਸੰਤੁਲਨ ਹੈ ਉਹ ਵੀ ਥੋੜ੍ਹੀ ਦੇਰ ਬਾਅਦ ਉਸ ਅਸਰ ਦੇ ਨਾਲ, ਨਸ਼ੇ ਦੇ ਅਸਰ ਦੇ ਨਾਲ ਹੌਲੀ ਕਿਤੇ ਨਾ ਕਿਤੇ ਉਹ ਮਾਨਸਿਕ ਤੌਰ ਦੇ ਉੱਤੇ ਬੰਦਾ ਪਰੇਸ਼ਾਨ ਹੋਣਾ ਸ਼ੁਰੂ ਹੋ ਜਾਂਦਾ, ਜਿਹਦੀ ਵਜ੍ਹਾ ਕਰਕੇ ਫਿਰ ਉਹ ਇੱਕ, ਜਿਵੇਂ ਤੁਸੀਂ ਕਿਹਾ ਜੀ, ਬੀਅਰ ਦੀ ਬੋਤਲ ਤੋਂ ਸ਼ੁਰੂ ਹੋ ਕੇ ਫਿਰ ਉਹ ਹੌਲੀ ਅਫੀਮ, ਭੁੱਕੀ ਜਾਂ ਚਿੱਟੇ ਕੰਨੀ ਨੂੰ ਜਾਣਾ ਸ਼ੁਰੂ ਕਰ ਦਿੰਦਾ ਹੈ, ਜਾਂ ਟੀਕੇ ਲਾਣਾ ਸ਼ੁਰੂ ਕਰ ਦਿੰਦਾ ਹੈ, ਜਾਂ ਜੀਭ ਦੇ ਥੱਲੇ ਗੋਲੀਆਂ ਰੱਖਣਾ ਸ਼ੁਰੂ ਕਰ ਦਿੰਦਾ। ਜੀਭ ਤੇ, ਮਾਫ ਕਰਨਾ ਤੁਹਾਨੂੰ ਵਿੱਚੋਂ ਰੋਕ ਰਿਹਾ, ਜੀਭ ਦੇ ਉੱਤੇ ਜਿਹੜੀ ਗੋਲੀ ਰੱਖਣ ਦੀ ਗੱਲ ਕਰਦੇ ਆ, ਇਹ ਤਾਂ 2 ਲੱਖ ਤੋਂ ਪਲੱਸ ਨੌਜਵਾਨ ਹੈ ਇਸ ਵੇਲੇ ਖਾਲੀ ਪੰਜਾਬ ਦੇ ਵਿੱਚ ਹੀ ਜਿਹੜਾ ਇਸ ਨੂੰ ਯੂਜ਼ ਕਰ ਰਿਹਾ। ਤੁਸੀਂ ਕਹਿ ਰਹੇ ਹੋ ਕਿ ਜੀਭ ਵਾਲੀ ਗੋਲੀ ਖਤਰਨਾਕ ਹੈ? ਬਿਲਕੁਲ ਖਤਰਨਾਕ ਹੈ ਜੀ। ਅਸੀਂ ਤਾਂ ਇਸ ਚੀਜ਼ ਨੂੰ, ਸਾਡੇ ਕੋਲੇ ਪੇਸ਼ੈਂਟ ਖੁਦ ਆ ਕੇ ਇਸ ਚੀਜ਼ ਨੂੰ ਮੰਨਦੇ ਆ ਵੀ ਜਦੋਂ ਮੈਂ ਨਸ਼ਾ ਕਰ ਰਿਹਾ ਸੀਗਾ ਅਫੀਮ ਦਾ, ਭੁੱਕੀ ਦਾ, ਤਾਂ ਮੈਨੂੰ ਇੰਨੀ ਜ਼ਿਆਦਾ ਪ੍ਰੋਬਲਮ ਨਹੀਂ ਹੋ ਰਹੀ ਸੀਗੀ। ਜਦੋਂ ਕਿ ਮੈਂ ਆਹ ਜੀਭ ਵਾਲੀ ਗੋਲੀ 'ਤੇ ਲੱਗਿਆ, ਉਸ ਤੋਂ ਬਾਅਦ ਤਾਂ ਮੈਂ ਮਤਲਬ ਸਰੀਰਕ ਤੌਰ 'ਤੇ ਵੀ ਮੈਨੂੰ ਦਿੱਕਤਾਂ ਆਉਣੀਆਂ ਸ਼ੁਰੂ ਹੋ ਗਈਆਂ। ਕਦੇ ਮੈਨੂੰ ਕੋਈ ਲੀਵਰ ਦੇ ਵਿੱਚ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ, ਜਾਂ ਮੈਨੂੰ ਕਿਡਨੀ ਦੇ ਵਿੱਚ ਪ੍ਰੋਬਲਮ ਆ ਗਈ। ਤਾਂ ਇਹ ਚੀਜ਼ਾਂ ਉਹਨਾਂ ਨੂੰ ਆਪ ਨਜ਼ਰ ਆ ਰਹੀਆਂ, ਲੇਕਿਨ ਜਦੋਂ ਆਪਣਾ ਜੀਭ ਵਾਲੀ ਗੋਲੀ ਦੇ ਲੱਗ ਜਾਂਦੇ ਆ ਤਾਂ ਉਹਨਾਂ ਨੂੰ ਉਹ ਗੋਲੀ ਛੱਡਣੀ ਬਹੁਤ ਔਖੀ ਹੋ ਜਾਂਦੀ ਹੈ। ਮਤਲਬ ਇੱਕ ਨਸ਼ਾ ਛੱਡਣ ਵਾਸਤੇ ਜੀਭ ਦੀ ਗੋਲੀ ਵਾਲੀ ਜਿਹੜੀ ਸ਼ੁਰੂ ਕੀਤੀ, ਤੇ ਉਸ ਤੋਂ ਬਾਅਦ ਉਹ ਜੀਭ ਦੀ ਗੋਲੀ ਸਾਡੇ ਵਾਸਤੇ ਨਸ਼ਾ ਬਣ ਗਈ। ਨੁਕਸਾਨ ਕੀ ਹੁੰਦਾ ਫਿਰ? ਸਰ, ਨੁਕਸਾਨ ਤਾਂ ਦੇਖੋ ਇਹਦਾ ਇਹੀ ਹੈ ਵੀ ਸਰੀਰ ਦੇ ਜਿਹੜੇ ਆਰਗਨਸ ਨੇ ਉਹ ਇਸ ਗੋਲੀ ਦੀ ਵਜ੍ਹਾ ਕਰਕੇ ਡੈਮੇਜ ਹੋਣੇ ਸ਼ੁਰੂ ਹੋ ਜਾਂਦੇ ਨੇ। ਜਿਹੜੀ ਕਿਡਨੀ ਹੈ, ਲੀਵਰ ਹੈ, ਹਾਰਟ ਹੈ, ਕਿਉਂਕਿ ਜਦੋਂ ਆਪਾਂ ਜੀਭ ਦੇ ਥੱਲੇ ਇਸ ਗੋਲੀ ਨੂੰ ਰੱਖਦੇ ਹਾਂ ਨਾ, ਇਹ ਜੀਭ ਦੀ ਗੋਲੀ ਜਿਹੜੀ ਹੈਗੀ ਹੈ ਸਿੱਧਾ ਆਪਣੇ ਹਾਰਟ ਦੇ ਉੱਤੇ ਜਾ ਕੇ ਜਾਂ ਆਪਣੇ ਆਰਗਨਸ ਦੇ ਉੱਤੇ ਜਾ ਕੇ ਇਫੈਕਟ ਕਰਦੀ ਹੈ, ਜਿਹਦੀ ਵਜ੍ਹਾ ਕਰਕੇ ਬੰਦੇ ਨੂੰ ਦੂਸਰੇ ਨਸ਼ਿਆਂ ਦੀ ਲੋੜ ਨਹੀਂ ਰਹਿੰਦੀ ਹੈਗੀ। ਠੀਕ ਹੈ, ਲੇਕਿਨ ਉਸ ਗੋਲੀ ਦਾ ਕਿੰਨਾ ਆਪਾਂ ਨੂੰ ਨੁਕਸਾਨ ਹੁੰਦਾ, ਕਿੰਨਾ ਆਪਣੇ ਸਰੀਰ ਦੇ ਉੱਤੇ ਉਹਦਾ ਅਸਰ ਗਲਤ ਹੋ ਰਿਹਾ ਹੈ, ਇਹ ਚੀਜ਼ ਉਹ ਸ਼ੁਰੂ 'ਚ ਨਹੀਂ ਜਾਣ ਪਾਉਂਦੇ। ਦਿਮਾਗ ਤੇ ਵੀ ਅਸਰ ਪਾਉਂਦੀ ਹੈ ਜਾਂ ਵਿਆਹਤਾ ਜ਼ਿੰਦਗੀ ਤੇ ਵੀ ਅਸਰ ਪਾਉਂਦੀ ਹੈ ਕੋਈ? ਜੀ ਬਿਲਕੁਲ, ਬੰਦਾ ਸਰੀਰਕ ਤੌਰ ਦੇ ਉੱਤੇ ਵੀ ਨਪੁੰਸਕਤਾ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਹੜਾ ਉਹਦਾ ਦਿਮਾਗ ਹੈ ਉਹ ਹੌਲੀ ਬੁੱਝ ਹੋਣਾ ਸ਼ੁਰੂ ਹੋ ਜਾਂਦਾ, ਉਹਨੂੰ ਖੁਦ ਹੀ ਨਹੀਂ ਪਤਾ ਚੱਲਦਾ ਵੀ ਮੈਂ ਕੀ ਕਰ ਰਿਹਾ ਜਾਂ ਮੈਂ ਕੀ ਖਾ ਰਿਹਾ, ਮੈਂ ਕੀ ਪੀ ਰਿਹਾ। ਉਹ ਮਤਲਬ ਇੰਨਾ ਕੁ ਜ਼ਿਆਦਾ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਹੋ ਜਾਂਦਾ ਕਿ ਉਹਨੂੰ ਪਤਾ ਨਹੀਂ ਚੱਲਦਾ। ਲੇਕਿਨ ਜੀਭ ਦੀ ਗੋਲੀ ਲੈਣਾ ਉਹਦੀ ਇੱਕ ਮਜਬੂਰੀ ਹੋ ਜਾਂਦੀ ਹੈ ਕਿ ਉਹਨੇ ਲੈਣੀ ਹੈ, ਕਿਉਂਕਿ ਜੇ ਉਹ ਜਿਹੜੀ ਜੀਭ ਵਾਲੀ ਗੋਲੀ ਨਹੀਂ ਲਏਗਾ ਤਾਂ ਉਹਦਾ ਸਰੀਰ ਸਵੇਰੇ ਪੂਰੀ ਤਰ੍ਹਾਂ ਵਰਕ ਨਹੀਂ ਕਰਦਾ, ਉੱਠਣ ਨੂੰ ਜੀ ਨਹੀਂ ਕਰਦਾ, ਆਦੀ ਹੋ ਜਾਂਦਾ ਸਰੀਰ। ਕਿਉਂਕਿ ਜਿਹੜਾ ਆਪਣਾ ਸਰੀਰ ਹੈ ਸੈੱਲਾਂ ਤੋਂ ਬਣਿਆ ਹੋਇਆ ਹੈ,
ਠੀਕ ਹੈ। ਜਦੋਂ ਉਸ ਸੈੱਲਾਂ ਦੀ ਪੂਰਤੀ ਆਪਾਂ ਨਸ਼ੇ ਦੇ ਨਾਲ ਕਰਨੀ ਸ਼ੁਰੂ ਕਰ ਦਿੰਦੇ ਆ ਤਾਂ ਫਿਰ ਉਹ ਸੈੱਲ ਬਿਨਾ ਉਸ ਤੋਂ ਉਹ ਬੋਡੀ ਦੇ ਵਿੱਚ ਵਰਕਿੰਗ ਨਹੀਂ ਕਰਦੇ ਹੈਗੇ, ਜਿਹਦੀ ਵਜ੍ਹਾ ਕਰਕੇ ਫਿਰ ਬੰਦੇ ਨੂੰ ਐਂ ਲੱਗਦਾ ਹੈ ਕਿ ਉੱਠਦੇ ਸਾਰ ਪਹਿਲਾਂ ਉਹ ਜੀਭ ਦੇ ਨੀਚੇ ਗੋਲੀ ਰੱਖੇ, ਫਿਰ ਉਸ ਤੋਂ ਬਾਅਦ ਉਹ ਜਦੋਂ ਅੱਧੇ ਪੌਣੇ ਘੰਟੇ ਦੇ ਵਿੱਚ ਉਹ ਬੋਡੀ ਉਹਦੀ ਪੂਰੀ ਨੂੰ ਐਕਟਿਵ ਕਰਦੀ ਹੈ, ਫਿਰ ਉਹ ਥੋੜ੍ਹਾ ਜਿਹਾ ਕੰਮ ਕਰਨੀ ਨੂੰ ਸੋਚਦਾ ਵੀ ਹੁਣ ਮੈਂ ਕੋਈ ਕੰਮ ਕਰਾਂ। ਠੀਕ ਹੈ ਜੀ। ਤਾਂ ਇਸ ਵਜ੍ਹਾ ਕਰਕੇ ਜਿਹੜੀ ਇਹ ਜੀਭ ਵਾਲੀ ਗੋਲੀ ਹੈ ਇਹਦੇ ਨੁਕਸਾਨ ਬਹੁਤ ਨੇ, ਲੇਕਿਨ ਪੇਸ਼ੈਂਟ ਨੂੰ ਇਹ ਚੀਜ਼ਾਂ ਦਾ ਜਦੋਂ ਗਿਆਨ ਹੁੰਦਾ ਹੈ, ਉਹਨੂੰ ਪਤਾ ਚੱਲਦਾ ਹੈ, ਤਦ ਤੱਕ ਬਹੁਤ ਦੇਰ ਹੋ ਜਾਂਦੀ ਹੈ। ਉਹ ਇਸ ਗ੍ਰਿਫਤ ਦੇ ਵਿੱਚ, ਇਸ ਦਲਦਲ ਦੇ ਵਿੱਚ ਇੰਨਾ ਕੁ ਜ਼ਿਆਦਾ ਜਕੜਿਆ ਜਾਂਦਾ ਹੈ ਕਿ ਉਹਨੂੰ ਬਾਹਰ ਨਿਕਲਣ ਵਾਸਤੇ ਬਹੁਤ ਜ਼ਿਆਦਾ ਕੋਸ਼ਿਸ਼ ਜਾਂ ਉਪਰਾਲੇ ਬਹੁਤ ਕਰਨੇ ਪੈਂਦੇ ਹੈ, ਜਾਂ ਉਹਨੂੰ ਕੋਈ ਹੋਰ ਸਹਾਰਾ ਲੈਣਾ ਪੈਂਦਾ ਹੈ। ਤੇ ਪਰ ਉਹ ਸਹਾਰਾ ਵੀ ਜਿਹੜਾ ਲੈਂਦਾ ਉਹ ਵੀ ਕੋਈ ਨਸ਼ੇ ਦਾ ਹੀ ਸਹਾਰਾ ਹੁੰਦਾ ਹੈ। ਤਾਂ ਇਸ ਚੀਜ਼ ਕਰਕੇ ਆਪਾਂ ਕਹਿੰਦੇ ਆ ਵੀ ਨਸ਼ੇ ਨੂੰ ਛੱਡ ਕੇ ਗੋਲੀ ਤੇ ਲੱਗੇ, ਗੋਲੀ ਨੂੰ ਛੱਡ ਕੇ ਆਪਾਂ ਫਿਰ ਨਸ਼ਿਆਂ ਤੇ ਆ ਗਏ, ਲੇਕਿਨ ਕਿਤੇ ਨਾ ਕਿਤੇ ਨਸ਼ਿਆਂ ਦੇ ਵਿੱਚ ਹੀ ਉਹ ਬੰਦਾ ਆਪਣਾ ਉਲਝ ਕੇ ਰਹਿ ਜਾਂਦਾ। ਤੇ ਫਿਰ ਜਿਹੜਾ ਸ਼ਰਾਬ ਵਾਲੇ ਪਾਸੇ ਨੂੰ ਅਗਰ ਅਸੀਂ ਗੱਲ ਕਰੀਏ, ਵੱਡੀ ਗਿਣਤੀ ਦੇ ਵਿੱਚ ਇਸ ਵੇਲੇ ਜਿਹੜੇ ਪੰਜਾਬ ਦੇ ਮੁੰਡੇ ਕੁੜੀਆਂ ਨੇ ਜਾਂ ਫਿਰ 40 45 50 ਪਲੱਸ ਲੋਕ ਨੇ, ਉਹ ਸ਼ਰਾਬ ਛੱਡਣਾ ਵੀ ਚਾਹੁੰਦੇ ਨੇ ਪਰ ਛੱਡ ਨਹੀਂ ਹੁੰਦੀ, ਅਸੀਂ ਕਹਿ ਲਈਏ ਕਿ ਔਰ ਉਹ ਉਸ ਚੀਜ਼ ਦਾ ਫਿਰ ਕੋਈ ਅਸਰ ਹੈ ਜੀ? ਸ਼ਰਾਬ ਦਾ ਕਿੰਨਾ ਕੁ ਨੁਕਸਾਨ ਹੁੰਦਾ ਜਦੋਂ ਬੰਦਾ ਲਗਾਤਾਰ ਇਨਹੇਲ ਕਰੀ ਜਾ ਰਿਹਾ? ਤੁਸੀਂ ਕਹਿ ਰਹੇ ਹੋ ਤੁਹਾਡੇ ਕੋਲ ਨੁਸਖਾ ਹੈਗਾ ਕਿ ਸ਼ਰਾਬੀ ਬੰਦਾ ਸ਼ਰਾਬ ਨੂੰ ਮੁਹੱਬਤ ਕਰਨ ਦੀ ਥਾਂ ਤੇ, ਤੋੜ ਵੱਜਣ ਦੀ ਥਾਂ ਤੇ ਉਹ ਨਫ਼ਰਤ ਕਰਨ ਲੱਗ ਜਾਏਗਾ। ਕੁਦਰਤੀ ਨੁਸਖਾ ਹੈ? ਬਿਲਕੁਲ ਬਿਲਕੁਲ ਸਰ, ਆਯੁਰਵੇਦ ਦੇ ਵਿੱਚ ਦੇਖੋ ਨੁਸਖੇ ਬਹੁਤ ਜ਼ਿਆਦਾ ਨੇ। ਠੀਕ ਹੈ, ਆਯੁਰਵੇਦ ਹੈ ਹੀ ਇਸ ਚੀਜ਼ ਦੀ ਖਾਨ ਹੈ। ਠੀਕ ਹੈ, ਸ਼ੁਰੂ ਤੋਂ ਆਪਣੇ ਪੁਰਾਤਨ ਜਿਹੜਾ ਹੈਗਾ ਆਯੁਰਵੇਦ ਹੀ ਚੱਲਿਆ ਆ ਰਿਹਾ ਹੈ। ਇਹ ਤਾਂ ਉਸ ਤੋਂ ਬਾਅਦ ਆਪਣੇ ਨਵੇਂ ਜਿਹੜੀਆਂ ਪੈਥੀਆਂ ਸ਼ੁਰੂ ਹੋ ਗਈਆਂ, ਲੇਕਿਨ ਸ਼ੁਰੂ ਤੋਂ ਸਾਡੇ ਇੱਕ ਜਿਹੜਾ ਪੁਰਾਤਨ ਜਿਹੜਾ ਚੱਲਿਆ ਆ ਰਿਹਾ ਉਹ ਆਯੁਰਵੇਦ ਹੀ ਹੈ। ਔਰ ਆਯੁਰਵੇਦ ਦੇ ਵਿੱਚ ਇੰਨੇ ਕੁ ਜ਼ਿਆਦਾ ਨੁਸਖੇ ਨੇ ਜਾਂ ਇੰਨਾ ਕੁ ਜ਼ਿਆਦਾ ਉਹਦੇ ਵਿੱਚ ਪ੍ਰਕਿਰਤਿਕ ਜੜੀ ਬੂਟੀਆਂ ਦਾ ਭੰਡਾਰ ਹੈ ਕਿ ਜੇ ਆਪਾਂ ਉਹਦੇ ਅੰਦਰੋਂ ਕੋਈ ਦਵਾਈ ਜਾਂ ਕੋਈ ਜੜੀ ਬੂਟੀ ਬਣਾਈਏ ਤਾਂ ਉਹਦਾ ਜਿਹੜਾ ਅਸਰ ਹੈ ਉਹ 100% ਹੁੰਦਾ ਹੈ ਆਪਣੀ ਸਰੀਰ ਦੇ ਉੱਤੇ, ਔਰ ਬਿਨਾਂ ਕਿਸੇ ਦੁਸ਼ਪ੍ਰਭਾਵ ਤੋਂ। ਜੀ ਜੀ ਜੀ, ਠੀਕ ਹੈ ਨਾ ਜੀ। ਜੀ ਜੀ। ਤੇ ਵੈਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਪਟਿਆਲੇ ਦੇ ਵਿੱਚ? ਤੁਸੀਂ ਬਿਲਕੁਲ ਬੱਸ ਸਟੈਂਡ ਦੇ ਨੇੜੇ ਬੈਠੇ ਹੋ, ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਔਰ ਕਿੰਨੀਆਂ ਕੁ ਜ਼ਿੰਦਗੀਆਂ ਜਿਹੜੀਆਂ ਤੁਸੀਂ ਹੁਣ ਤੱਕ ਬਚਾ ਸਕਦੇ ਹੋ? ਇੱਕ ਵਾਰ ਤਸਵੀਰਾਂ ਤੁਸੀਂ ਦੇਖੋ, ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਫੋਟੋਆਂ ਦੇ ਕਹਾਣੀ ਹੈ ਜਿਹੜੀ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰਦੀ ਹੈ, ਚਾਹੇ ਵੇਲੇ ਦੇ ਐਸਐਸਪੀ ਮਨਦੀਪ ਸਿੱਧੂ ਹੋਣ ਜਾਂ ਫਿਰ ਵੇਲੇ ਦੇ ਜਿਹੜੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਨੀ ਹੋਣ। ਹਰ ਇੱਕ ਵੱਡੇ ਚਿਹਰੇ ਨੇ ਜਿਹੜਾ ਵੈਦ ਸੁਸ਼ੀਲ ਜੀ ਨੂੰ ਸਨਮਾਨ ਦਿੱਤਾ ਗਿਆ। ਇੱਕ ਵੱਡੀ ਗਿਣਤੀ ਹੈ ਇੱਥੇ ਜਿਹੜੀ ਸਨਮਾਨ ਚਿੰਨ੍ਹਾਂ ਦੀ ਲੱਗੀ ਹੋਈ ਹੈ। ਆਪਣੇ ਆਪ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ, ਜਿਹੜੀਆਂ ਫੋਟੋਆਂ ਨੇ ਉਹ ਆਪਣੇ ਆਪ ਦੇ ਵਿੱਚ ਜਿਹੜੀ ਕਹਾਣੀ ਹੈਗੀ ਹੈ ਵੈਦ ਜੀ ਦੀਆਂ ਸੇਵਾਵਾਂ ਦੀ ਆਪਣੇ ਆਪ ਦੇ ਵਿੱਚ ਦੱਸ ਰਹੀ ਹੈ। ਵੈਦ ਜੀ, ਆਪਾਂ ਗੱਲ ਕਰ ਰਹੇ ਸੀ ਨਸ਼ਿਆਂ ਦੇ ਉੱਤੇ, ਸ਼ਰਾਬ ਦੇ ਉੱਤੇ। ਬਹੁਤ ਸਾਰੇ ਲੋਕਾਂ ਨੂੰ ਆਦਤ ਹੈ ਕਿ ਉਹ ਸ਼ਰਾਬ ਪੀ ਕੇ ਆਪਣੇ ਪਾਰਟਨਰ ਕੋਲ ਜਾਂਦੇ ਨੇ। ਤੁਸੀਂ ਦੱਸ ਰਹੇ ਸੀ ਮੈਨੂੰ, ਤੁਸੀਂ ਜਿਵੇਂ ਬਿਹਾਈਂਡ ਦਾ ਕੈਮਰਾ ਤੁਸੀਂ ਮੈਨੂੰ ਦੱਸਿਆ ਹੈ ਕਿ ਉਹਦਾ ਡਬਲ ਨੁਕਸਾਨ ਹੈ। ਕਿਉਂਕਿ ਕੀ ਹੁੰਦਾ, ਇਹਦੇ ਨਾਲ ਆਪਣਾ ਬਲੱਡ ਦਾ ਸਰਕੂਲੇਸ਼ਨ ਕਾਫੀ ਤੇਜ਼ ਹੋ ਜਾਂਦਾ ਹੈ। ਉਸ ਬਲੱਡ ਸਰਕੂਲੇਸ਼ਨ ਦੇ ਤੇਜ਼ ਹੋਣ ਕਰਕੇ ਬੰਦਾ ਜਦੋਂ ਆਪਣੇ ਪਾਰਟਨਰ ਨੂੰ ਮਿਲਦਾ ਹੈ, ਠੀਕ ਹੈ, ਤਾਂ ਉਹ ਸਹੀ ਤਰ੍ਹਾਂ ਉਸ ਸੰਭੋਗ ਨੂੰ ਨਹੀਂ ਕਰ ਸਕਦਾ ਜੋ ਉਹ ਸੋਚਦਾ ਕਿ ਸ਼ਾਇਦ ਮੈਂ ਨਸ਼ਾ ਕਰਨ ਤੋਂ ਬਾਅਦ ਆਪਣੇ ਪਾਰਟਨਰ ਨੂੰ ਉਹ ਸੁੱਖ ਦੇ ਪਾਊਂਗਾ ਜੋ ਮੈਂ ਬਿਨਾਂ ਨਸ਼ੇ ਤੋਂ ਨਹੀਂ ਦੇ ਪਾ ਰਿਹਾ। ਠੀਕ ਹੈ ਜੀ। ਲੇਕਿਨ ਇਸ ਤਰ੍ਹਾਂ ਦਾ ਕੋਈ ਸਾਡੇ ਕੋਲੇ ਹਾਲ ਤੱਕ ਕਈ ਪੇਸ਼ੈਂਟ ਨਾਲ ਅਸੀਂ ਜਦੋਂ ਗੱਲਬਾਤ ਕਰਦੇ ਹਾਂ ਤਾਂ ਉਹ ਪੇਸ਼ੈਂਟ ਇਹੀ ਕਹਿੰਦੇ ਆ ਵੀ ਸਰ ਜਦੋਂ ਮੈਂ ਦਾਰੂ ਪੀਤੀ ਉਸ ਤੋਂ ਬਾਅਦ ਤਾਂ ਮੇਰਾ ਸਿਰ ਦੁਖਣ ਲੱਗ ਗਿਆ। ਜਦੋਂ ਬੰਦੇ ਦਾ ਸਿਰ ਦੁਖਣ ਲੱਗ ਗਿਆ ਜਾਂ ਬੰਦਾ ਮਾਨਸਿਕ ਤੌਰ ਤੇ ਹੀ ਪਰੇਸ਼ਾਨ ਹੋ ਗਿਆ ਤਾਂ ਉਹ ਕਿਵੇਂ ਉਸ ਚੀਜ਼ ਦੀ ਅਨੁਭੂਤੀ ਲੈ ਸਕਦਾ ਹੈ? ਕਿਉਂਕਿ ਇਹ ਜੋ ਅਨੁਭੂਤੀ ਹੈ ਆਪਾਂ ਉਸ ਟਾਈਮ ਲੈ ਸਕਦੇ ਹਾਂ ਜਦੋਂ ਆਪਣਾ ਜਿਹੜਾ ਮਾਈਂਡ ਹੈ ਬਿਲਕੁਲ ਰਿਲੈਕਸ ਹੋਵੇ। ਆਪਾਂ ਕਿਸੇ ਜਦੋਂ ਚਿੰਤਾ ਦੇ ਵਿੱਚ ਘਿਰ ਗਏ ਜਾਂ ਮੰਨ ਲਓ ਵੀ ਆਪਾਂ ਆਪਣੀ ਪਰੇਸ਼ਾਨੀ 'ਚ ਘਿਰ ਗਏ, ਸਿਰ ਦੁਖ ਰਿਹਾ, ਆਪਣਾ ਬੋਡੀ ਆਪਣੀ ਪ੍ਰੋਪਰ ਕੰਮ ਨਹੀਂ ਕਰ ਰਹੀ, ਤਾਂ ਆਪਾਂ ਉਸ ਕਿਸ ਚੀਜ਼ ਨੂੰ ਆਪਾਂ ਕਿਵੇਂ ਉਸ ਚੀਜ਼ ਦਾ ਆਪਾਂ ਸੁੱਖ ਲੈ ਸਕਦੇ ਹਾਂ? ਜੀ ਜੀ ਜੀ। ਤੇ ਆਪਾਂ ਨੁਸਖੇ ਵੱਲ ਆਈਏ। ਵੈਦ ਜੀ, ਤੁਸੀਂ ਇੱਥੇ ਜਿਹੜਾ ਪੁਦੀਨਾ ਜਿਹਨੂੰ ਅਸੀਂ ਮਿੰਟ ਕਹਿ ਦਿੰਦੇ ਹਾਂ ਉਹ ਰੱਖਿਆ ਹੈ, ਔਰ ਤੁਸੀਂ ਦੇਖੋ ਇਹਨਾਂ ਦਾ ਕਹਿਣਾ ਹੈ ਕਿ ਇਹ ਨੈਚੁਰਲ ਤਰੀਕੇ ਨਾਲ ਇਹ ਪੱਤੀਆਂ ਨਾ ਸਮਝੀਆਂ ਜਾਣ, ਇਹਨੂੰ ਗੋਲੀਆਂ, ਕੈਪਸੂਲ ਔਰ ਜਿਹੜੇ ਟੀਕੇ ਇਸ ਵੇਲੇ ਨੌਜਵਾਨ ਮੁੰਡੇ ਕੁੜੀਆਂ ਪੂਰੀ ਦੁਨੀਆ ਭਰ ਦੇ ਵਿੱਚ, ਮੁਲਕ ਦੇ ਵਿੱਚ, ਖਾਸ ਕਰਕੇ ਪੰਜਾਬ ਦੇ ਵਿੱਚ ਫਿਰ ਲਗਾ ਰਹੇ ਨੇ, ਉਹਨਾਂ ਦਾ ਤੋੜ ਹੈ ਇਹ। ਜਿਹੜਾ ਪੱਤੇ ਹੈਗੇ ਨੇ ਉਹਨਾਂ ਦਾ ਤੋੜ ਹੈ ਇਹ ਤਾਂ ਸੁਮੇਲ ਹੀ ਮੈਨੂੰ ਲੱਗਦਾ ਨਹੀਂ ਜੀ ਕੋਈ ਠੀਕ ਸੁਮੇਲ ਹੈ। ਅਦਰਕ ਬਹੁਤ ਜ਼ਿਆਦਾ ਗਰਮ ਹੁੰਦਾ ਜਿੱਥੇ ਤੱਕ ਮੈਨੂੰ ਪਤਾ ਹੈ, ਤੇ ਮਿੰਟ ਬਹੁਤ ਜ਼ਿਆਦਾ ਜਿਹਨੂੰ ਪੁਦੀਨਾ ਕਹਿੰਦੇ ਨੇ ਠੰਡਾ ਹੁੰਦਾ। ਇਹਦੇ ਨਾਲ ਫਿਰ ਤੁਸੀਂ ਜਿਹੜਾ ਕਹਿੰਦੇ ਹੋ ਕਿ ਜਿਹੜੇ ਚਿੱਟੇ ਤੇ ਲੱਗੇ ਹੋਏ ਨੇ, ਭੁੱਕੀ ਤੇ ਲੱਗੇ ਹੋਏ ਨੇ, ਅਫੀਮ ਤੇ ਲੱਗੇ ਹੋਏ ਨੇ, ਕੈਪਸੂਲਾਂ ਤੇ ਲੱਗੇ ਹੋਏ ਨੇ, ਟੀਕਿਆਂ ਤੇ ਲੱਗੇ ਹੋਏ ਨੇ, ਉਹ ਸਾਰਿਆਂ ਦੀਆਂ ਚੀਜ਼ਾਂ ਦਾ ਇਹ ਸਮਝਾਓ ਵੀ ਇਹ ਕਰੂਗਾ ਕੀ ਜੀ?
ਕਾਸਿਫ ਜੀ, ਤੁਸੀਂ ਇੱਕ ਬਹੁਤ ਹੀ ਵਧੀਆ ਸਵਾਲ ਮੈਨੂੰ ਪੁੱਛਿਆ ਹੈਗਾ। ਤੁਹਾਨੂੰ ਮੈਂ ਇੱਕ ਗੱਲ ਦੱਸਣਾ ਇਹ ਵੀ ਜ਼ਰੂਰੀ ਸਮਝਦਾ ਕਿ ਜਿਹੜਾ ਮੈਂ ਇਹ ਨੁਸਖਾ ਤੁਹਾਨੂੰ ਮੈਂ ਦੇਣ ਜਾ ਰਿਹਾ ਇਹ ਮੈਂ ਸਿਰਫ ਇੱਕ ਐਜੂਕੇਸ਼ਨਲ ਪਰਪਸ ਵਾਸਤੇ ਦੇ ਰਿਹਾ। ਕੱਲ ਨੂੰ ਜੇ ਕੋਈ ਮਰੀਜ਼ ਇਸ ਨੁਸਖੇ ਨੂੰ ਅਪਣਾਉਂਦਾ ਹੈ ਤਾਂ ਕਿਰਪਾ ਕਰਕੇ ਉਹ ਕਿਸੇ ਫਿਜ਼ੀਸ਼ੀਅਨ ਜਾਂ ਕਿਸੇ ਵੈਦ ਜਾਂ ਕਿਸੇ ਡਾਕਟਰ ਦੀ ਦੇਖ ਰੇਖ ਦੇ ਨਾਲ ਹੀ ਅਪਲਾਈ ਕਰੇ, ਤਾਂ ਕਿ ਆਪਾਂ ਨੂੰ ਕੱਲ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਹਾਨੀ ਨਾ ਹੋ ਸਕੇ। ਕਿ ਅਦਰਕ ਤੇ ਪੁਦੀਨੇ ਦਾ ਕੀ ਮੇਲ ਹੈ, ਕਿਉਂਕਿ ਇੱਕ ਚੀਜ਼ ਗਰਮ ਹੈ ਔਰ ਇੱਕ ਚੀਜ਼ ਠੰਡੀ ਹੈ, ਤੇ ਠੰਡੀ ਤੇ ਗਰਮ ਚੀਜ਼ ਦਾ ਆਪਸ ਦੇ ਵਿੱਚ ਕਿਵੇਂ ਮੇਲ ਹੋ ਸਕਦਾ ਹੈ। ਠੀਕ ਹੈ ਜੀ। ਲੇਕਿਨ ਇਹਦੇ ਵਿੱਚ ਅਸੀਂ ਕੀ ਕਰਨਾ ਚਾਹੁੰਦੇ ਹਾਂ, ਤੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਅਦਰਕ ਹੈ ਇਹ ਆਪਾਂ ਨੇ ਸਰਦੀਆਂ ਦੇ ਵਿੱਚ ਇਸਤੇਮਾਲ ਕਰਨਾ ਹੈ, ਕਿਉਂਕਿ ਸਰਦੀਆਂ ਦੇ ਵਿੱਚ ਠੰਡਕ ਜ਼ਿਆਦਾ ਹੁੰਦੀ ਹੈ, ਤਾਂ ਜਿੰਨੀ ਆਪਾਂ ਗਰਮ ਚੀਜ਼ ਇਸਤੇਮਾਲ ਕਰਾਂਗੇ ਆਪਣੀ ਬੋਡੀ ਨੂੰ ਉਨਾ ਉਹ ਰਾਹਤ ਦੇਗੀ, ਫਾਇਦਾ ਦੇਗੀ। ਲੇਕਿਨ ਜਦੋਂ ਹੁਣ ਗਰਮੀਆਂ ਆ ਗਈਆਂ ਤਾਂ ਗਰਮੀਆਂ ਦੇ ਵਿੱਚ ਆਪਾਂ ਇਕੱਲਾ ਜੇ ਅਦਰਕ ਦਾ ਸੇਵਨ ਕਰਦੇ ਹਾਂ ਤਾਂ ਗਰਮੀਆਂ ਪਹਿਲਾਂ ਹੀ ਹੋਣ ਕਰਕੇ, ਇੱਕ ਤੁਹਾਨੂੰ ਪਤਾ ਆਪਣੇ ਪੰਜਾਬ ਦੇ ਵਿੱਚ ਗਰਮੀ ਵੀ ਥੋੜੀ ਜ਼ਿਆਦਾ ਹੀ ਪੈਂਦੀ ਹੈ, ਤਾਂ ਗਰਮੀਆਂ ਦੇ ਵਿੱਚ ਜਦੋਂ ਆਪਾਂ ਇਕੱਲੇ ਅਦਰਕ ਦਾ ਸੇਵਨ ਕਰਾਂਗੇ ਤਾਂ ਆਪਣੀ ਸਰੀਰ ਦੇ ਵਿੱਚ ਜਿਹੜਾ ਆਪਣਾ ਵਾਤ ਪਿੱਤ ਕਫ ਦਾ ਜਿਹੜਾ ਸੰਤੁਲਨ ਹੈ ਉਹ ਵਿਗੜ ਜੂਗਾ। ਆਪਣੀ ਜਿਹੜਾ ਪਿੱਤ ਦੋਸ਼ ਹੈ ਉਹ ਜ਼ਿਆਦਾ ਵੱਧ ਜਾਏਗਾ, ਜਿਹਦੇ ਕਰਕੇ ਬੰਦੇ ਨੂੰ ਫੋੜੇ ਫੁੰਸੀਆਂ ਜਾਂ ਹੋ ਸਕਦਾ ਵੀ ਉਹਦੀ ਕੋਈ ਨਕਸੀਰ ਵੀ ਛੁੱਟ ਜਾਵੇ। ਠੀਕ ਹੈ। ਤਾਂ ਇਹ ਚੀਜ਼ਾਂ ਉਸ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਤਾਂ ਇਹ ਜਿਹੜਾ ਪੁਦੀਨਾ ਹੈਗਾ ਇਹ ਅਸੀਂ ਉਸ ਗਰਮੈਸ਼ ਨੂੰ ਘਟਾਉਣ ਵਾਸਤੇ ਜਾਂ ਉਸ ਨੂੰ ਬੈਲੈਂਸ ਕਰਨ ਵਾਸਤੇ ਅਸੀਂ ਇਹਦਾ ਇੱਕ ਜਿਹੜਾ ਮਿਸ਼ਰਣ ਹੈ ਉਹ ਤਿਆਰ ਕੀਤਾ ਹੈਗਾ ਕਿ ਜਦੋਂ ਤੁਸੀਂ ਇਹ ਦਵਾਈ ਗਰਮੀਆਂ ਦੇ ਵਿੱਚ ਯੂਜ਼ ਕਰਨੀ ਹੈ ਤਾਂ ਤੁਸੀਂ ਪੁਦੀਨਾ ਔਰ ਅਦਰਕ। ਨਹੀਂ ਚਲੋ ਮੈਂ ਤੁਹਾਡੀ ਗੱਲ ਮੰਨ ਗਿਆ, ਠੀਕ ਹੈ, ਤੁਸੀਂ ਇਹ ਗੱਲ ਕਹਿ ਰਹੇ ਹੋ, ਪਰ ਮੈਨੂੰ ਇਹ ਦੱਸੋ ਵੀ ਇਸ ਤਰ੍ਹਾਂ ਦਾ ਅਦਰਕ ਦੇ ਵਿੱਚ ਕੀ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਨਸ਼ਾ ਛੁਡਾ ਦੇਗਾ? ਕੌਣ ਮੰਨੇਗਾ ਇਹ ਗੱਲ ਜੀ? ਦੇਖੋ, ਅਦਰਕ ਦੇ ਵਿੱਚ ਜਿਹੜੀਆਂ ਹੈਗਾ ਇਹਦੇ ਵਿੱਚ ਕਾਫੀ ਜਿਹੜੇ ਤੱਤਵ ਪਾਏ ਜਾਂਦੇ ਆ, ਜਿਵੇਂ ਕਿ ਇਹਦੇ ਵਿੱਚ ਮੇਨ ਹੈਗਾ ਡੋਪਾਮਾਈਨ ਜਿਹੜਾ ਪਾਇਆ ਜਾਂਦਾ ਹੈਗਾ, ਜਿਹੜਾ ਕਿ ਆਪਣੇ ਨਸ਼ੇ ਨੂੰ ਸੰਤੁਲਿਤ ਕਰਦਾ ਹੈਗਾ। ਇਹਨੂੰ ਜਦੋਂ ਜਿਵੇਂ ਹੁਣ ਆਪਾਂ ਮੰਨ ਕੇ ਚੱਲੀਏ ਸਰਦੀਆਂ ਦੇ ਵਿੱਚ ਆਪਾਂ ਇਸ ਨੂੰ ਯੂਜ਼ ਕਰਨਾ ਹੈ ਤਾਂ ਆਪਾਂ ਨੇ ਦੇਖੋ ਇਹਦੀ ਇੱਕ ਮੈਂ ਇਹ ਦੇਖੋ ਪਹਿਲਾਂ ਹੀ ਥੋੜ੍ਹੀਆਂ ਜਿਹੀਆਂ ਇਹ ਕੱਟ ਕੇ ਰੱਖੀਆਂ ਹੋਈਆਂ ਵੀ ਤਾਂ ਕਿ ਆਪਣਾ ਸਮਾਂ ਵੇਸਟ ਨਾ ਹੋਵੇ। ਇਸ ਦੀਆਂ ਮੈਨੇ ਜਿਵੇਂ ਮਾਚਿਸ ਦੀਆਂ ਤਿੱਲੀਆਂ ਹੁੰਦੀਆਂ ਇਸ ਤਰ੍ਹਾਂ ਮੈਨੇ ਇਸ ਨੂੰ ਕੱਟ ਕੇ ਰੱਖਿਆ ਹੋਇਆ। ਤੁਸੀਂ ਵੀ ਇਸ ਨੂੰ ਇਸੇ ਤਰ੍ਹਾਂ ਜਦੋਂ ਯੂਜ਼ ਕਰਨਾ ਇਸ ਨੂੰ ਇਸੇ ਤਰ੍ਹਾਂ ਕੱਟਣਾ ਹੈਗਾ। ਤੇ ਜਦੋਂ ਸਰਦੀਆਂ ਹੈਗੀਆਂ, ਮੈਂ ਪਹਿਲਾਂ ਤੁਹਾਨੂੰ ਸਰਦੀਆਂ ਵਾਸਤੇ ਕੁਝ ਦੱਸਣ ਲੱਗਿਆ, ਤਾਂ ਜਦੋਂ ਤੁਸੀਂ ਇਹੋ ਜਿਹੀਆਂ ਇਹਨੂੰ ਤਿੱਲੀਆਂ ਨੂੰ ਯੂਜ਼ ਕਰੋਗੇ, ਇਹਨੂੰ ਜੀਭ ਦੇ ਉੱਤੇ ਰੱਖਣਾ ਹੈ। ਤਾਂ ਜਦੋਂ ਜੀਭ ਦੇ ਉੱਤੇ ਰੱਖਾਂਗੇ, ਜਿਵੇਂ ਹੁਣ ਆਪਾਂ ਇੱਕ ਜਸਟ ਮੰਨ ਕੇ ਚੱਲਦੇ ਹਾਂ ਵੀ ਜੀਭ ਵਾਲੀ ਗੋਲੀ, ਤਾਂ ਜੀਭ ਵਾਲੀ ਗੋਲੀ ਵੀ ਉਹੀ ਕੰਮ ਕਰਦੀ ਹੈ ਵੀ ਜਦੋਂ ਆਪਾਂ ਉਹਨੂੰ ਜੀਭ ਦੇ ਥੱਲੇ ਰੱਖਦੇ ਹਾਂ ਤਾਂ ਉਹ ਸਿੱਧਾ ਜਿਹੜਾ ਉਹਦਾ ਲਿੰਕ ਹੈ ਆਪਣੇ ਹਾਰਟ ਤੇ ਜਾਂਦਾ, ਫਿਰ ਹਾਰਟ ਤੋਂ ਬਾਅਦ ਉਹ ਹੌਲੀ ਹੌਲੀ ਆਪਣੇ ਪੂਰੇ ਸਰੀਰ ਦੇ ਵਿੱਚ ਉਹਦਾ ਜਿਹੜਾ ਅਸਰ ਹੈ ਉਹ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਆਪਾਂ ਇਸ ਨੂੰ ਆਪਣੀ ਜੀਭ ਤੇ ਰੱਖਾਂਗੇ, ਜੀਭ ਤੇ ਕਿਵੇਂ ਰੱਖਣੀ ਹੈ? ਜੀਭ ਦੇ ਉੱਤੇ ਆਪਾਂ ਇਸ ਨੂੰ ਸਿੱਧਾ ਵੀ ਰੱਖ ਸਕਦੇ ਹਾਂ, ਨੀਚੇ ਵੀ ਰੱਖ ਸਕਦੇ ਹਾਂ। ਠੀਕ ਹੈ, ਇਵੇਂ ਵੀ ਰੱਖ ਸਕਦੇ ਹਾਂ। ਅੱਛਾ, ਇਸ ਨੂੰ ਆਪਾਂ ਨੀਚੇ ਵੀ ਰੱਖ ਸਕਦੇ ਹਾਂ। ਜਦੋਂ ਹਾਂਜੀ, ਜਦੋਂ ਆਪਾਂ ਇਸ ਨੂੰ ਜੀਭ ਤੇ ਰੱਖਾਂਗੇ ਆਪਣੇ ਜੀਭ ਦੇ ਉੱਤੇ ਇੱਕ ਚੁਰਚਰਾਪਨ ਆਪਾਂ ਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਏਗਾ। ਠੀਕ ਹੈ। ਲੇਕਿਨ ਜਿਹੜੀ ਇਸ ਦੀ ਆਪਾਂ ਨੇ ਜੀਭ ਦੇ ਨੀਚੇ ਰੱਖਣ ਦੀ ਡੋਜ਼ ਹੈ ਉਹ ਤੁਹਾਡੀ ਡਿਪੈਂਡ ਕਰਦੀ ਹੈ ਵੀ ਤੁਸੀਂ ਜਿਹੜਾ ਨਸ਼ਾ ਲੈ ਰਹੇ ਹੋ ਉਹ ਕਿਹੜਾ ਲੈ ਰਹੇ ਹੋ, ਉਹਦੀ ਡੋਜ਼ ਕਿੰਨੀ ਹੈ, ਤੁਹਾਨੂੰ ਕਿੰਨਾ ਟਾਈਮ ਹੋ ਗਿਆ ਲੈਂਦੇ ਨੂੰ, ਤੁਹਾਡੀ ਉਮਰ ਕਿੰਨੀ ਹੈ, ਤੁਹਾਡਾ weight ਕਿੰਨਾ ਹੈ। ਇਹ ਕਾਫੀ ਚੀਜ਼ਾਂ ਦੇ ਉੱਤੇ ਨਿਰਭਰ ਕਰਦਾ ਹੈ, ਕਿਉਂਕਿ ਆਪਾਂ ਨੇ ਜੋ ਵੀ ਡੋਜ਼ ਲੈਣੀ ਹੈ ਆਪਣੀ ਬੋਡੀ ਦੇ ਹਿਸਾਬ ਨਾਲ ਲੈਣੀ ਹੈ। ਕਈਆਂ ਦਾ weight ਜ਼ਿਆਦਾ ਹੁੰਦਾ ਹੈ, ਕਈਆਂ ਦਾ weight ਘੱਟ ਹੁੰਦਾ ਹੈ, ਤਾਂ ਜਿਹੜੀ ਬੋਡੀ ਦੇ ਉੱਤੇ ਜਿਹੜੀ ਡੋਜ਼ ਹੈ ਉਸ ਹਿਸਾਬ ਨਾਲ ਉਹ ਘਟਦੀ ਵੱਧਦੀ ਜਾਂਦੀ ਹੈ। ਨਸ਼ੇ ਦੀ ਤੁਹਾਡੀ ਮਾਤਰਾ ਦੇ ਉੱਤੇ ਵੀ ਚੱਲਦਾ ਹੈ। ਠੀਕ ਹੈ। ਤਾਂ ਇਹ ਇਸ ਤਰ੍ਹਾਂ ਆਪਾਂ ਨੇ ਲੈਣੀ ਹੈ। ਜਦੋਂ ਵੀ ਆਪਾਂ ਨੂੰ ਕੋਈ ਨਸ਼ੇ ਦੀ ਤੋੜ ਲੱਗੇ, ਵੀ ਆਪਾਂ ਨੂੰ ਲੱਗੇ ਵੀ ਆਪਣੀ ਬੋਡੀ ਨਸ਼ਾ ਮੰਗ ਰਹੀ ਹੈ, ਤਾਂ ਆਪਾਂ ਨੇ ਨਸ਼ੇ ਕੰਨੀ ਨੂੰ ਨਹੀਂ ਜਾਣਾ ਹੈਗਾ। ਦੇਖੋ, ਕਿਉਂਕਿ ਜਦੋਂ ਆਪਾਂ ਉਸ ਚੀਜ਼ ਤੋਂ ਬਾਹਰ ਆਉਣਾ ਹੈ ਤਾਂ ਆਪਾਂ ਨੇ ਨਸ਼ੇ ਦਾ ਸਹਾਰਾ ਤਾਂ ਲੈਣਾ ਹੀ ਨਹੀਂ ਹੈ ਬਿਲਕੁਲ ਵੀ। ਆਪਾਂ ਨੇ ਇਸ ਅਦਰਕ ਦਾ ਸਹਾਰਾ ਲੈਣਾ ਹੈ ਤੇ ਇਸ ਨੂੰ ਆਪਾਂ ਨੇ ਇਸੇ ਤਰ੍ਹਾਂ ਜੀਭ ਤੇ ਰੱਖਣਾ ਹੈ। ਚਾਹੇ ਤੁਹਾਨੂੰ ਉਹ ਘੰਟੇ ਬਾਅਦ ਦੁਬਾਰਾ ਤੋਂ ਲੱਗੇ ਕਿ ਮੈਨੂੰ ਇਸ ਚੀਜ਼ ਦੀ ਅਸਰ ਖਤਮ ਹੋ ਗਿਆ, ਤਾਂ ਤੁਸੀਂ ਘੰਟੇ ਬਾਅਦ ਦੁਬਾਰਾ ਲੈ ਲਓ, ਕਿਉਂਕਿ ਇਹ ਨੈਚੁਰਲ ਚੀਜ਼ਾਂ ਨੇ, ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਆਰਟੀਫਿਸ਼ਲ ਨਹੀਂ ਹੈ, ਆਪਣੀ ਸਿਹਤ ਤੇ ਇਹਦਾ ਕੋਈ ਦੁਸ਼ਪ੍ਰਭਾਵ ਨਹੀਂ ਹੈ। ਲੇਕਿਨ ਇਹੀ ਚੀਜ਼ ਜਦੋਂ ਆਪਾਂ ਨੇ ਗਰਮੀਆਂ 'ਚ ਯੂਜ਼ ਕਰਨੀ ਹੈ। ਮਤਲਬ ਤੁਹਾਡਾ ਹੁਣ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਇਹ ਅਦਰਕ ਦੀ ਇਹ ਤਿੱਲੀ ਹੈਗੀ, ਅਸੀਂ ਨੂੰ ਤਿੱਲੀ ਕਹਿ ਲਈਏ, ਮਾਚਿਸ ਰੂਪੀ ਤਿੱਲੀ ਹੈਗੀ ਹੈ, ਜਦੋਂ ਇਹ ਜੀਭ ਦੇ ਉੱਤੇ ਰੱਖ ਲਈ ਗਈ ਤਾਂ ਇਹ ਉਹ ਕੰਮ ਕਰੇਗੀ ਜਿਹੜਾ ਕੰਮ ਗੋਲੀ ਕਰਦੀ ਹੈ ਜੀਭ ਦੇ ਹੇਠਾਂ ਰੱਖਣ ਵਾਲੀ। ਬਿਲਕੁਲ ਬਿਲਕੁਲ, ਤੁਸੀਂ ਕਰਕੇ ਦੇਖੋ। ਜਿਹੜੇ ਪੇਸ਼ੈਂਟ ਜਾਂ ਜਿਹੜੇ ਵੀ ਮੈਨੂੰ ਦਰਸ਼ਕ ਦੇਖ ਰਹੇ ਨੇ, ਜੇ ਉਹ ਇਸ ਚੀਜ਼ ਤੋਂ ਬਾਹਰ ਨਿਕਲਣਾ ਚਾਹੁੰਦੇ ਨੇ, ਇਸ ਨੂੰ 1-2 ਦਿਨ ਐਕਸਪੈਰੀਮੈਂਟ ਕਰਨ। ਜਦੋਂ ਉਹਨਾਂ ਨੂੰ ਲੱਗੇਗਾ ਕਿ ਹਾਂ ਵਾਕਈ ਇਸ ਚੀਜ਼ ਦਾ ਅਸਰ ਹੈਗਾ, ਤਾਂ ਥੋੜ੍ਹਾ ਜਿਹਾ ਇਸ ਨੂੰ 15-20 ਤਿੱਲੀਆਂ ਹਮੇਸ਼ਾ ਆਪਣੇ ਨਾਲ ਰੱਖਣ ਕਿਸੇ ਚੀਜ਼ 'ਚ ਪਾ ਕੇ। ਜਦੋਂ ਵੀ ਉਹਨਾਂ ਨੂੰ ਲੱਗੇ ਕਿ ਹਾਂ ਮੈਨੂੰ ਕੋਈ ਨਸ਼ੇ ਦੀ ਤੋੜ ਮਹਿਸੂਸ ਹੋ ਰਹੀ ਹੈ, ਉਸੇ ਟਾਈਮ ਆਪਣੀ ਕੱਢਣ ਉਹ ਡੋਜ਼ ਅਤੇ ਆਪਣੀ ਜੀਭ 'ਤੇ ਰੱਖ ਲੈਣ। ਜਿਵੇਂ ਇੱਕ ਆਪਾਂ ਜੀਭ ਵਾਲੀ ਗੋਲੀ ਰੱਖਦੇ ਹਾਂ, ਜਦੋਂ ਤੋੜ ਲੱਗਣ ਲੱਗੇ ਤੁਹਾਨੂੰ ਉਹਦਾ ਪ੍ਰਭਾਵ ਦਿਖੇਗਾ ਕਿ ਹਾਂ ਤੁਹਾਡਾ ਜਿਹੜਾ ਨਸ਼ੇ ਦਾ ਜਿਹੜਾ ਅਸਰ ਹੈ ਉਹ ਹੌਲੀ ਹੌਲੀ ਜਾਂ ਜਿਹੜੀ ਤੁਹਾਨੂੰ
ਤੋੜ ਲੱਗ ਰਹੀ ਹੈ ਉਹ ਤੁਹਾਡੀ ਘਟਣੀ ਸ਼ੁਰੂ ਹੋ ਜਾਏਗੀ। ਜਦੋਂ ਤੁਸੀਂ ਥੋੜ੍ਹੇ ਦਿਨਾਂ ਤੱਕ ਇਸ ਚੀਜ਼ ਨੂੰ ਕਰੋਗੇ ਤਾਂ ਤੁਹਾਡੇ ਸਰੀਰ ਦੇ ਅੰਦਰੋਂ ਨਸ਼ੇ ਦੀ ਆਪਣੇ ਆਪ ਬੋਡੀ ਤੁਹਾਡੀ ਡਿਟੌਕਸ ਹੋਣਾ ਸ਼ੁਰੂ ਹੋ ਜਾਏਗੀ। ਨਸ਼ੇ ਦੀ ਜਿਹੜੀ ਗੰਦਗੀ ਹੈ ਜਦੋਂ ਬਾਹਰ ਨਿਕਲੇਗੀ ਤੁਹਾਨੂੰ ਕੁਛ ਸਮੇਂ ਬਾਅਦ, ਦੇਖੋ ਇਹ ਜਿਹੜੇ ਨੁਸਖੇ ਨੇ ਇਹਨਾਂ ਨੂੰ ਥੋੜ੍ਹਾ ਬਹੁਤਾ ਸਮਾਂ ਜ਼ਰੂਰ ਦੇਣਾ ਪਏਗਾ। ਜੇ ਤੁਸੀਂ ਕਹੋ ਵੀ ਮੈਂ ਅੱਜ 2 ਦਿਨ ਵਰਤ ਲਾਂ ਉਸ ਤੋਂ ਬਾਅਦ ਮੈਂ 2 ਦਿਨਾਂ 'ਚ ਠੀਕ ਹੋ ਜਾਵਾਂਗਾ ਤਾਂ ਦੇਖੋ ਇਹ ਪੋਸੀਬਲ ਨਹੀਂ ਹੈ, ਕਿਉਂਕਿ ਹੁਣ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਕੇ ਹਟਿਆ ਕਿ ਤੁਹਾਡੀ ਨਸ਼ੇ ਦੀ ਡੋਜ਼ 'ਤੇ ਡਿਪੈਂਡ ਕਰਦਾ ਹੈ ਔਰ ਤੁਸੀਂ ਕਿੰਨੀ ਦੇਰ ਤੋਂ ਨਸ਼ਾ ਕਰਦੇ ਆ ਰਹੇ ਹੋ ਉਹ ਡਿਪੈਂਡ ਕਰਦਾ ਹੈ। ਤੇ ਫਿਰ ਜਿਹੜਾ ਮਿੰਟ ਹੈਗਾ ਪੁਦੀਨਾ ਹੈ, ਫਿਰ ਇਹਦਾ ਉਹੀ ਮੇਰੇ ਸਵਾਲ ਵਾਰ-ਵਾਰ ਜ਼ਿਹਨ 'ਚ ਆ ਰਿਹਾ ਫਿਰ ਪੁਦੀਨੇ ਦਾ ਕੀ ਕੰਮ ਹੈ? ਇਹ ਗਰਮ ਤੇ ਠੰਡਾ। ਹਾਂ ਸਰ, ਉਹ ਵੀ ਮੈਂ ਤੁਹਾਨੂੰ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਵੀ ਇਹ ਕਿਉਂਕਿ ਸਾਡੇ ਕੋਲੇ ਕਈ ਪੇਸ਼ੈਂਟ ਮਰੀਜ਼ ਵੀ ਇਸ ਚੀਜ਼ ਨੂੰ ਪੁੱਛਦੇ ਨੇ ਜਿਨ੍ਹਾਂ ਨੂੰ ਥੋੜ੍ਹੀ ਬਹੁਤੀ ਜਾਣਕਾਰੀ ਹੁੰਦੀ ਹੈ, ਗਿਆਨ ਹੁੰਦਾ ਵੀ ਡਾਕਟਰ ਸਾਹਿਬ ਇਹ ਚੀਜ਼ ਗਰਮ ਹੈ, ਇਹ ਚੀਜ਼ ਠੰਡੀ ਹੈ। ਲੇਕਿਨ ਹੁਣ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਦੋਂ ਆਪਾਂ ਗਰਮੀਆਂ 'ਚ ਯੂਜ਼ ਕਰਨਾ ਤਾਂ ਗਰਮੀਆਂ ਦੇ ਵਿੱਚ ਆਪਾਂ ਇਸ ਨੂੰ ਇਕੱਲੇ ਨੂੰ ਯੂਜ਼ ਨਹੀਂ ਕਰ ਸਕਦੇ ਕਿਉਂਕਿ ਪਹਿਲਾਂ ਹੀ ਗਰਮੀ ਹੈ, ਉੱਪਰੋਂ ਦੀ ਇਹ ਅਦਰਕ ਵੀ ਗਰਮ ਤਸੀਰ ਦੇ ਵਿੱਚ ਆਉਂਦਾ ਹੈਗਾ। ਤਾਂ ਜੇ ਆਪਾਂ ਇਹਨੂੰ ਰੱਖਾਂਗੇ ਆਪਣੀ ਜਿਹੜਾ ਪਿੱਤ ਦਾ ਪਿੱਤ ਦੋਸ਼ ਕਫ ਦਾ ਜਿਹੜਾ ਬੈਲੈਂਸ ਹੈ ਉਹ ਖਰਾਬ ਹੋ ਜਾਏਗਾ ਸਰੀਰ ਦਾ। ਜਦੋਂ ਖਰਾਬ ਹੋ ਜਾਏਗਾ ਬੈਲੈਂਸ ਤਾਂ ਨੈਚੁਰਲੀ ਵੀ ਆਪਾਂ ਨੂੰ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਣਗੇ। ਆਪਾਂ ਇੱਕ ਪ੍ਰੋਬਲਮਸ ਨੂੰ ਦੂਰ ਤਾਂ ਕੀ ਕਰਨਾ, ਉਲਟਾ ਆਪਾਂ ਨਵੀਆਂ ਪ੍ਰੋਬਲਮਸ ਖੜੀਆਂ ਕਰ ਲਾਂਗੇ। ਠੀਕ ਹੈ, ਤਾਂ ਉਸ ਚੀਜ਼ ਤੋਂ ਨਿਕਲਣ ਵਾਸਤੇ ਅਸੀਂ ਇਹਦਾ ਕੀ ਹੋਰ ਤੋੜ ਕੱਢਿਆ ਵੀ ਤੁਸੀਂ ਇਸ ਨੂੰ ਗਰਮੀਆਂ ਦੇ ਵਿੱਚ ਪੁਦੀਨੇ ਦੇ ਰਸ ਦੇ ਨਾਲ ਲਵੋ। ਇਹਦਾ ਤੁਸੀਂ ਅਦਰਕ ਦਾ ਰਸ ਕੱਢੋ। ਪੁਦੀਨੇ ਦਾ ਰਸ ਹੈ ਜੀ ਫਿਰ ਇਹ ਜਿਹੜਾ ਜੀ ਅਸੀਂ ਦਰਸ਼ਕਾਂ ਵਾਸਤੇ ਪਹਿਲਾਂ ਹੀ ਪੁਦੀਨੇ ਦਾ ਰਸ ਵੀ ਤਿਆਰ ਕੀਤਾ ਹੋਇਆ। ਤੁਸੀਂ ਇਸ ਨੂੰ ਕਿਸੇ ਆਪਣਾ ਇਸੇ ਤਰ੍ਹਾਂ ਕੁੰਡੀ ਦੇ ਵਿੱਚ ਪਹਿਲਾਂ ਪੁਦੀਨੇ ਨੂੰ ਕੁੱਟ ਲੈਣਾ, ਕੁੱਟ ਕੇ ਫਿਰ ਤੁਸੀਂ ਉਸ ਨੂੰ ਇਹਦਾ ਰਸ ਕੱਢ ਕੇ ਇਸੇ ਤਰ੍ਹਾਂ ਤੁਸੀਂ ਅਦਰਕ ਦਾ ਰਸ ਕੱਢ ਕੇ ਇਸ ਨੂੰ ਪਹਿਲਾਂ ਚਾਹੇ ਤੁਸੀਂ ਬਰੀਕ ਕਿਸੇ ਵੀ ਉਹਦੇ ਵਿੱਚ ਇਹਨੂੰ ਪਹਿਲਾਂ ਕੱਦੂਕਸ ਕਰ ਲਓ। ਕੱਦੂਕਸ ਕਰਨ ਤੋਂ ਬਾਅਦ ਇਸ ਨੂੰ ਹੱਥ 'ਤੇ ਲੈ ਕੇ ਜਦੋਂ ਤੁਸੀਂ ਇਸ ਨੂੰ ਕੱਢੋਗੇ ਤਾਂ ਇਹਦਾ ਰਸ ਬਾਹਰ ਨਿਕਲ ਆਏਗਾ। ਜਿੰਨਾ ਕੁ ਰਸ ਤੁਸੀਂ ਇਹਨੂੰ ਕੁੱਟ ਵੀ ਸਕਦੇ ਜੀ ਆਪਾਂ ਕਿਵੇਂ ਕਿਵੇਂ ਦੇਖੋ ਤੁਸੀਂ ਇਸ ਨੂੰ ਕੁੱਟਣਾ ਹੈਗਾ ਤਾਂ ਇਸ ਨੂੰ ਇਸੇ ਤਰ੍ਹਾਂ ਕੁੰਡੀ ਦੇ ਵਿੱਚ ਪਾ ਕੇ ਜਦੋਂ ਥੋੜ੍ਹਾ ਜਿਹਾ ਇਸ ਤਰ੍ਹਾਂ ਇਸ ਨੂੰ ਤੁਸੀਂ ਹੈਮਰ ਨਾਲ ਇਸ ਨੂੰ ਤੁਸੀਂ ਕਰੋਗੇ। ਠੀਕ ਹੈ ਜੀ, ਆਹ ਦੇਖੋ ਇਹਦੇ ਨਿਕਲਿਆ ਜੀ ਰਸ ਤਾਂ ਨਿਕਲਿਆ, ਇਹਦੇ ਵਿੱਚ ਦੇਖੋ ਰਸ ਨਿਕਲਿਆ ਆ। ਇਸ ਨੂੰ ਹੁਣ ਆਪਾਂ ਨੇ ਕੀ ਕਰਨਾ ਹੈ, ਇਸ ਨੂੰ ਆਪਾਂ ਨੇ ਆਪਣੇ ਹੱਥ ਦੇ ਵਿੱਚ ਲਿੱਤਾ ਤੇ ਇਸ ਨੂੰ ਜਦੋਂ ਥੋੜ੍ਹਾ ਜਿਹਾ ਆਪਾਂ ਦੱਬਾਂਗੇ ਆਹ ਦੇਖੋ ਰਸ ਦੀਆਂ ਕੁਝ ਬਿੰਦਾਂ ਥੱਲੇ ਗਿਰ ਗਈਆਂ। ਠੀਕ ਹੈ, ਇਸੇ ਤਰ੍ਹਾਂ ਇਹ ਪੁਦੀਨੇ ਦਾ ਜਾਂ ਇਹ ਅਦਰਕ ਦਾ ਰਸ ਆਪਾਂ ਨੇ ਕੱਢ ਲੈਣਾ। ਤਾਂ ਜਦੋਂ ਇਹ ਆਪਾਂ ਪੁਦੀਨਾ ਵੀ ਕੁੱਟਣਾ ਜੀ ਅਸੀਂ? ਹਾਂਜੀ ਪੁਦੀਨਾ ਵੀ ਆਪਾਂ ਨੇ ਇਸੇ ਤਰ੍ਹਾਂ ਕੁੱਟਣਾ ਜੀ। ਪੁਦੀਨੇ ਦੀਆਂ ਆਪਾਂ ਪੱਤੀਆਂ ਲੈ ਲਓ। ਠੀਕ ਹੈ ਜੀ, ਜ਼ਰੂਰਤ ਦੇ ਅਨੁਸਾਰ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਵੀ ਮਤਲਬ ਇਹ ਚੀਜ਼ ਜਿਹੜੀ ਹੈ ਇਹ ਤੁਹਾਡੀ ਡੋਜ਼ ਡਿਸਾਈਡ ਕਰੇਗੀ ਕਿੰਨੀਆਂ ਪੱਤੀਆਂ ਔਰ ਕਿੰਨਾ ਅਦਰਕ। ਬਿਲਕੁਲ, ਇਹ ਚੀਜ਼ਾਂ ਤੁਹਾਡੀਆਂ ਡੋਜ਼ ਦੇ ਉੱਤੇ ਤੁਹਾਡੀ ਬੋਡੀ weight ਦੇ ਉੱਤੇ ਉਸ ਤਰ੍ਹਾਂ ਡਿਪੈਂਡ ਕਰੇਗਾ। ਦੇਖੋ ਆਪਾਂ ਇਸ ਨੂੰ ਕੁੱਟ ਲਿਆ ਜੀ ਚੰਗੀ ਤਰ੍ਹਾਂ। ਜਦੋਂ ਆਪਾਂ ਇਹਨੂੰ ਕੁੱਟਾਂਗੇ ਤਾਂ ਇਹਦਾ ਕੁੰਡੀ ਦੇ ਵਿੱਚ ਰਸ ਆਉਣਾ ਸ਼ੁਰੂ ਹੋ ਜਾਏਗਾ। ਠੀਕ ਹੈ, ਫਿਰ ਉਸ ਨੂੰ ਉਸੇ ਤਰ੍ਹਾਂ ਆਪਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਆਪਾਂ ਇਸ ਨੂੰ ਹੱਥ ਦੇ ਵਿੱਚ ਲੈ ਕੇ, ਹਾਲੇ ਤਾਂ ਮੈਂ ਬਹੁਤ ਥੋੜ੍ਹੀ ਕੁਆਂਟਿਟੀ ਲਿੱਤੀ ਹੈ ਇਸ ਵਜ੍ਹਾ ਕਰਕੇ ਸ਼ਾਇਦ ਇਹਦੇ ਵਿੱਚੋਂ ਰਸ ਜੇ ਨਿਕਲੇਗਾ ਤਾਂ 1-2 ਬੂੰਦਾਂ ਹੀ ਨਿਕਲਣਗੀਆਂ। ਠੀਕ ਹੈ, ਲੇਕਿਨ ਜਦੋਂ ਆਪਾਂ ਇਸ ਨੂੰ ਲਵਾਂਗੇ ਤਾਂ ਥੋੜ੍ਹਾ ਜ਼ਿਆਦਾ ਕੁਆਂਟਿਟੀ 'ਚ ਲਵਾਂਗੇ ਤਾਂ ਉਹਦੇ ਨਾਲ ਜਦੋਂ ਆਪਾਂ ਇਸ ਨੂੰ ਕੁੱਟਣ ਤੋਂ ਬਾਅਦ ਦੱਬਾਂਗੇ ਤਾਂ ਇਹਦੇ ਵਿੱਚੋਂ ਰਸ ਦੀਆਂ ਕਾਫੀ ਬੂੰਦਾਂ ਨਿਕਲ ਜਾਣਗੀਆਂ। ਮਤਲਬ ਕਿੰਨਾ ਇੱਕ ਆਮ ਰੂਟੀਨ ਦੇ ਵਿੱਚ ਜੇਕਰ ਲੈਣਾ ਹੋਵੇ ਤਾਂ 1 ਚਮਚਾ ਜਾਂ 2 ਚਮਚੇ ਜਾਂ ਦੇਖੋ ਹੁਣ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਜੀ ਵੀ ਅਸੀਂ ਪੇਸ਼ੈਂਟ ਨੂੰ ਇਸ ਤਰ੍ਹਾਂ ਦੱਸ ਨਹੀਂ ਸਕਦੇ ਹੈਗੇ, ਕਿਉਂ ਉਹਦੀ ਡੋਜ਼ 'ਤੇ ਵੀ ਡਿਪੈਂਡ ਕਰਦਾ। ਜੇ ਮੈਂ ਪੇਸ਼ੈਂਟ ਨੂੰ ਕਹਿੰਦਾ ਜੀ ਤੁਸੀਂ 1 ਚਮਚਾ ਲੈ ਲਓ, ਡੋਜ਼ ਉਹਦੀ ਉਸ ਤਰ੍ਹਾਂ ਦੀ ਨਾ ਹੋਵੇ ਤਾਂ ਸ਼ਾਇਦ ਉਸ ਨੂੰ ਉਹ ਜ਼ਿਆਦਾ ਹੋ ਸਕਦਾ ਹੈ। ਲੇਕਿਨ ਜੇ ਉਹਦੀ ਨਸ਼ੇ ਦੀ ਡੋਜ਼ ਜ਼ਿਆਦਾ ਹੋਈ ਤਾਂ ਉਹਨੇ 1 ਚਮਚਾ ਲੈ ਲਿਆ ਤਾਂ ਹੋ ਸਕਦਾ ਉਸ ਨੂੰ ਇਹਦਾ ਅਸਰ ਘੱਟ ਮਿਲੇ। ਤਾਂ ਇਹ ਡਿਪੈਂਡ ਕਰੂਗਾ ਕਿ ਉਹ ਕਿੰਨਾ ਕੁ ਨਸ਼ਾ ਕਰ ਰਿਹਾ, ਉਹਦੇ ਹਿਸਾਬ ਨਾਲ ਹੀ ਤੁਸੀਂ ਬਸ ਇਹਨੂੰ ਕਰਨਾ ਕੀ ਹੈ ਕਿ ਆਪਾਂ ਨੇ ਇਹਨੂੰ ਜਿੰਨਾ ਆਪਾਂ ਅਦਰਕ ਦਾ ਰਸ ਪਾਵਾਂਗੇ ਉਨਾ ਹੀ ਆਪਾਂ ਨੇ ਪੁਦੀਨੇ ਦਾ ਰਸ ਪਾਉਣਾ। ਇਹਨੂੰ ਬਰਾਬਰ ਮਾਤਰਾ 'ਚ ਲੈ ਕੇ ਆਪਾਂ ਨੇ ਚੰਗੀ ਤਰ੍ਹਾਂ ਇਸ ਨੂੰ ਮਿਲਾ ਕੇ ਤਾਂ ਇਸ ਨੂੰ ਆਪਾਂ ਨੇ ਪੀ ਲੈਣਾ। ਜੀ। ਠੀਕ ਹੈ, ਉਸ ਤੋਂ ਬਾਅਦ ਤੁਸੀਂ ਥੋੜ੍ਹੀ ਦੇਰ ਬਾਅਦ ਦੇਖੋਗੇ ਜਦੋਂ ਆਪਾਂ ਨੂੰ ਨਸ਼ੇ ਦੀ ਤੋੜ ਜਿਹੜੀ ਲੱਗ ਰਹੀ ਸੀ ਉਹ ਥੋੜ੍ਹੀ ਦੇਰ ਬਾਅਦ ਉਹ ਘਟਣੀ ਸ਼ੁਰੂ ਹੋ ਜਾਏਗੀ। ਠੀਕ ਹੈ ਜੀ। ਅੱਛਾ, ਇੱਕ ਗੱਲ ਹੋਰ ਬੜੀ ਅਹਿਮ ਮੇਰਾ ਸਵਾਲ ਮੇਰੇ ਜ਼ਿਹਨ ਦੇ ਵਿੱਚ ਆ ਰਿਹਾ ਵੈਦ ਜੀ, ਕਿਉਂਕਿ ਜਿਹੜਾ ਇਹ ਨੁਸਖੇ ਹੈਗੇ ਨੇ ਆਯੁਰਵੈਦਿਕ ਨੁਸਖੇ ਹੈਗੇ ਨੇ ਬਹੁਤ ਸਾਡੇ ਦਰਸ਼ਕਾਂ ਨੇ ਜਾਂ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨੇ ਅਪਣਾਏ ਵੀ ਹੋਣੇ ਨੇ ਜੀ ਇਹ ਨੁਸਖੇ। ਤੇ ਫਿਰ ਜਿੱਥੇ ਉਹ ਨਹੀਂ ਕੰਮ ਕਰਦੇ ਜੀ, ਬਹੁਤ ਸਾਰੇ ਥਾਵਾਂ 'ਤੇ ਨਹੀਂ ਕੰਮ ਕਰਦੇ, ਉਹਨਾਂ ਦਾ ਕੀ ਕਾਰਨ ਕੀ ਹੁੰਦਾ? ਸਰ ਫਿਰ ਉਹਦੇ ਲਈ ਦੇਖੋ ਅਸੀਂ ਬੈਠੇ ਹੈਗੇ ਆ, ਤੁਸੀਂ ਸਾਡੇ ਕੋਲੇ ਆਓ। ਜੇ ਇਹ ਨੁਸਖਾ ਨਹੀਂ ਕੰਮ ਕਰ ਰਿਹਾ ਤਾਂ ਇਟ ਮੀਨਸ ਤੁਹਾਡੀ ਕਿਤੇ ਨਾ ਕਿਤੇ ਨਸ਼ੇ ਦੀ ਡੋਜ਼ ਜਿਹੜੀ ਹੈਗੀ ਆ ਉਹ ਤੁਸੀਂ ਜ਼ਿਆਦਾ ਲੈ ਰਹੇ ਹੋ, ਜਾਂ ਤੁਹਾਡੀ ਸਟੇਜ ਜਿਹੜੀ ਹੈ 1-2 ਤੋਂ ਬਾਅਦ ਤੀਜੀ, ਚੌਥੀ, 6ਵੀਂ, 7ਵੀਂ ਚਲੀ ਗਈ ਹੈ। ਬਿਲਕੁਲ ਤੁਸੀਂ ਕਾਫੀ ਦੇਰ ਤੋਂ ਨਸ਼ਾ ਲੈ ਰਹੇ ਹੋ ਤਾਂ ਤੁਹਾਡੇ ਜਿਹੜੇ ਹੱਡਾਂ ਦੇ ਵਿੱਚ ਹੈਗਾ ਉਹ ਨਸ਼ਾ ਪੂਰੀ ਤਰ੍ਹਾਂ ਰਚ ਚੁੱਕਿਆ ਹੈ। ਠੀਕ ਹੈ, ਕਿਉਂਕਿ ਤੁਹਾਡੇ ਕੋਲ ਕੋਈ ਹੋਰ ਨੁਸਖੇ ਵੀ ਹੈ? ਹਾਂਜੀ ਹਾਂ, ਫਿਰ ਅਸੀਂ ਕੁਝ ਜੜੀਆਂ ਬੂਟੀਆਂ ਤੋਂ ਅਸੀਂ ਦਵਾਈਆਂ ਤਿਆਰ ਕਰਦੇ ਹਾਂ, ਮੈਡੀਸਨਸ ਤਿਆਰ ਕਰਦੇ ਹਾਂ ਜਿਹੜੀਆਂ ਕਿ ਅਸੀਂ ਪੇਸ਼ੈਂਟ ਨੂੰ ਫਿਰ ਉਹ ਦਿੰਦੇ ਹਾਂ। ਔਰ ਉਹਦੇ ਨਾਲ ਅਸੀਂ ਕਈ ਐਸੇ ਪਰਿਵਾਰ ਹੈਗੇ ਆ, ਕਈ ਐਸੇ ਸਾਡੇ ਕੋਲੇ ਮਰੀਜ਼ ਹੈਗੇ ਆ ਜਿਹੜੇ ਕਿ ਉਸ ਦਵਾਈਆਂ ਤੋਂ ਬਾਅਦ ਉਸ ਨਸ਼ੇ ਦੀ ਦਲਦਲ ਤੋਂ, ਗ੍ਰਿਫਤ ਚੋਂ ਉਹ ਬਾਹਰ ਆ ਚੁੱਕੇ ਨੇ ਤੇ ਅੱਜ ਆਪਣਾ ਉਹ ਹੈਪੀਲੀ ਆਪਣਾ ਜੀਵਨ ਜਿਹੜਾ ਹੈਗੇ ਆ ਉਹ ਬਤੀਤ ਕਰ ਰਹੇ ਨੇ।
ਜੀ ਬਹੁਤ ਸਾਰੇ ਸਾਡੇ ਕੋਲ ਇਸ ਤਰ੍ਹਾਂ ਦੇ ਪਰਿਵਾਰ ਜੁੜੇ ਹੋਏ ਨੇ ਔਰ ਜਿਨ੍ਹਾਂ ਨੂੰ ਹੁਣ ਕੋਈ ਵੀ ਨਸ਼ੇ ਦੀ ਤੋੜ ਨਹੀਂ ਲੱਗਦੀ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਉਹਨਾਂ ਦੇ ਸਰੀਰ ਦੇ ਵਿੱਚ ਵੀ ਹੁਣ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਨੂੰ ਕੋਈ ਉਹਨਾਂ ਦੀ ਜਿਹੜੀ ਸਰੀਰਕ ਸ਼ਕਤੀ ਹੈ ਵੀ ਉਹਨਾਂ ਨੂੰ ਕੋਈ ਦੁਰਬਲਤਾ ਐਸਾ ਕੁਝ ਵੀ ਉਹਨਾਂ ਨੂੰ ਹੁਣ ਨਹੀਂ ਮਹਿਸੂਸ ਹੁੰਦਾ। ਅੱਛਾ, ਤੇ ਚਲੋ ਇਹ ਤਾਂ ਰਹੀ ਕੁਦਰਤੀ ਗੱਲ। ਜਿਹੜੇ ਤੁਹਾਡੇ ਤੁਸੀਂ ਕਹਿ ਰਹੇ ਹੋ ਕਿ ਤੁਹਾਡਾ ਆਪਣੇ ਨੁਸਖੇ ਨੇ ਜਿਹੜੇ ਕੁਦਰਤ ਨੇ ਸਾਨੂੰ ਜੜੀ ਬੂਟੀਆਂ ਜਾਂ ਦਰਖਤ ਜਾਂ ਜੋ ਵੀ ਚੀਜ਼ਾਂ ਦਿੱਤੀਆਂ ਹੋਈਆਂ ਨੇ, ਉਹਦਾ ਅਸਰ ਫਿਰ ਕਿਵੇਂ ਰਹਿੰਦਾ ਜੀ? ਸਰ ਜਿਹੜਾ ਉਹਦਾ ਅਸਰ ਹੈ ਦੇਖੋ, ਉਹ ਅਸੀਂ ਜਦੋਂ ਪੇਸ਼ੈਂਟ ਦੀ ਪੂਰੀ ਹਿਸਟਰੀ ਲੈ ਲੈਂਦੇ ਹਾਂ ਵੀ ਕਿੰਨੀ ਦੇਰ ਤੋਂ ਨਸ਼ਾ ਕਰ ਰਿਹਾ, ਕਿਹੜੀ ਡੋਜ਼ ਲੈ ਰਿਹਾ ਜਾਂ ਉਹਨੇ ਕੀ ਨਸ਼ਾ ਕਰ ਚੁੱਕਿਆ ਹੁਣ ਤੱਕ, ਅਸੀਂ ਉਸ ਦੇ ਹਿਸਾਬ ਨਾਲ ਅਸੀਂ ਆਪਣੀ ਇੱਕ ਦਵਾਈ ਦੀ ਡੋਜ਼ ਅਸੀਂ ਸੈੱਟ ਕਰਦੇ ਹਾਂ। ਉਸ ਡੋਜ਼ ਦੇ ਹਿਸਾਬ ਨਾਲ ਅਸੀਂ ਦਵਾਈ ਨੂੰ ਪੇਸ਼ੈਂਟ ਨੂੰ ਦਵਾਈ ਦਿੰਦੇ ਹਾਂ ਤੇ ਪੇਸ਼ੈਂਟ ਨੂੰ ਅਸੀਂ ਇਹ ਕਹਿ ਦਿੰਦੇ ਹਾਂ ਵੀ ਤੈਨੇ ਪਹਿਲੇ ਦਿਨ ਤੋਂ ਹੀ ਤੈਨੇ ਨਸ਼ਾ ਨਹੀਂ ਕਰਨਾ। ਅੱਛਾ, ਠੀਕ ਹੈ ਜੀ। ਅੱਛਾ, ਤੁਹਾਡੀ ਕੋਈ ਕੰਡੀਸ਼ਨ ਹੈਗੀ ਹੈ ਇਸ ਨੁਸਖੇ ਨੂੰ ਅਪਲਾਈ ਕਰਨ ਤੋਂ ਪਹਿਲਾਂ ਜਾਂ ਤੁਹਾਡੇ ਵਾਲੇ ਨੁਸਖੇ ਨੂੰ ਅਪਲਾਈ ਕਰਨ ਤੋਂ ਪਹਿਲਾਂ ਕੋਈ ਕੰਡੀਸ਼ਨ ਹੁੰਦੀ ਹੈ ਮਰੀਜ਼ ਦੀ? ਸਰ ਕੰਡੀਸ਼ਨ ਤਾਂ ਦੇਖੋ ਅਸੀਂ ਤਾਂ ਸਿਰਫ ਇਹੀ ਕਹਿੰਦੇ ਆ ਵੀ ਕੰਡੀਸ਼ਨ ਦਾ ਜਿਹੜਾ ਮਾਨਸਿਕ ਤੌਰ ਤੇ ਇੱਕ ਉਹਦਾ ਮਨ ਬਣਿਆ ਵਾ ਹੋਣਾ ਚਾਹੀਦਾ ਹੈ ਕਿ ਮੈਂ ਨਸ਼ਾ ਛੱਡਣਾ ਹੈ। ਦੇਖੋ ਜਿਹੜਾ ਬੰਦਾ ਮਾਨਸਿਕ ਤੌਰ ਦੇ ਉੱਤੇ ਇਸ ਗੱਲ ਨੂੰ ਅਸੈਪਟ ਕਰ ਰਿਹਾ ਕਿ ਮੈਂ ਨਸ਼ੇ ਤੋਂ ਤੰਗ ਆ ਚੁੱਕਿਆ, ਕਿਉਂਕਿ ਸਾਡੇ ਕੋਲੇ ਜਿਹੜੇ ਪੇਸ਼ੈਂਟ ਉਰੇ ਆਉਂਦੇ ਨੇ ਸਰ ਉਹ ਨਸ਼ੇ ਤੋਂ ਇੰਨਾ ਕੁ ਤੰਗ ਹੋ ਚੁੱਕੇ ਨੇ, ਇੱਕ ਤਾਂ ਪੈਸੇ ਵੱਲੋਂ, ਕਿਉਂਕਿ ਦੇਖੋ ਜਿਹੜਾ ਬੰਦਾ ਨਸ਼ਾ ਕਰਦਾ ਉਹਦੇ ਘਰ ਦੇ ਵਿੱਚ ਕਮਾਈ ਦਾ ਸਾਧਨ ਜਿਹੜਾ ਹੈਗਾ ਉਹ ਉਨਾ ਨਹੀਂ ਰਹਿੰਦਾ, ਕਿਉਂਕਿ ਜਿਹੜਾ ਬੰਦਾ ਖੁਦ ਹੀ ਕਮਾਉਣ ਵਾਲਾ ਉਹੀ ਨਸ਼ਾ ਕਰਨ ਲੱਗ ਗਿਆ ਤਾਂ ਕਮਾਈ ਦਾ ਸਾਧਨ ਕਿਵੇਂ ਰਹੂਗਾ। ਨੰਬਰ 2 ਦੇ ਉੱਤੇ ਜਿਹੜਾ ਕੋਈ ਘਰ ਦੇ ਵਿੱਚ ਪੈਸਾ ਜਮ੍ਹਾਂ ਹੋਇਆ ਵਾ ਸੀਗਾ ਪਹਿਲਾਂ ਜਾਂ ਉਹਦੇ ਪੇਰੈਂਟਸ ਦਾ ਜਾਂ ਕਿਸੇ ਵੀ ਤਰੀਕੇ ਨਾਲ ਉਹ ਨਸ਼ਿਆਂ ਦੇ ਵਿੱਚ ਉਸਨੇ ਖਰਚ ਕਰਕੇ ਆਪਣੀ ਜਿਹੜੀ ਆਰਥਿਕ ਜਿਹੜੀ ਹੈਗੀ ਆ ਉਸਨੇ ਸਥਿਤੀ ਕਾਫੀ ਉਹ ਖਰਾਬ ਕਰ ਲਈ, ਤਾਂ ਉਸ ਵਜ੍ਹਾ ਕਰਕੇ ਵੀ ਉਹ ਫਿਰ ਅੱਕ ਜਾਂਦਾ ਵੀ ਯਾਰ ਹੁਣ ਮੈਂ ਰੋਜ਼ ਨਸ਼ੇ ਵਾਸਤੇ ਪੈਸਿਆਂ ਦਾ ਇੰਤਜ਼ਾਮ ਕਿੱਥੋਂ ਕਰਾਂ। ਠੀਕ ਹੈ ਜੀ। ਤਾਂ ਉਸ ਚੀਜ਼ ਨੂੰ ਦੇਖਦੇ ਹੋਏ ਵੀ ਕਈ ਵਾਰੀ ਪੇਸ਼ੈਂਟ ਕਹਿੰਦਾ ਵੀ ਯਾਰ ਇਸ ਤੋਂ ਚੰਗਾ ਤਾਂ ਇਹਨੂੰ ਛੱਡੀਏ, ਨਾਲੇ ਆਪਣਾ ਸਰੀਰ ਵੀ ਖਰਾਬ ਹੋ ਰਿਹਾ ਨਾਲੇ ਬੱਚੇ ਵੀ ਮੈਨੂੰ ਦੇਖ ਕੇ ਖਰਾਬ ਨਾ ਹੋ ਜਾਣ ਕੱਲ੍ਹ ਨੂੰ। ਜਾਂ ਸਾਡੇ ਕੋਲੇ ਕਈ ਪੇਸ਼ੈਂਟ, ਮੈਂ ਤੁਹਾਨੂੰ ਕਾਸਿਫ ਜੀ ਇਹ ਵੀ ਦੱਸਣਾ ਚਾਹਾਂਗਾ, ਕਈ ਬੰਦੇ ਬਾਹਰ ਜਾਣਾ ਚਾਹੁੰਦੇ ਹੈ ਲੇਕਿਨ ਉਹ ਨਸ਼ੇ ਦੀ ਵਜ੍ਹਾ ਕਰਕੇ ਬਾਹਰ ਨਹੀਂ ਜਾ ਪਾ ਰਹੇ, ਕਿਉਂਕਿ ਬਾਹਰ ਉਹਨਾਂ ਨੂੰ ਐਂ ਲੱਗਦਾ ਵੀ ਅਸੀਂ ਜੇ ਸਾਨੂੰ ਬਾਹਰ ਨਸ਼ਾ ਨਾ ਮਿਲਿਆ ਤਾਂ ਸਾਡਾ ਕੀ ਬਣੇਗਾ, ਉੱਥੇ ਜਾ ਕੇ ਅਸੀਂ ਕੀ ਕਰਾਂਗੇ। ਸਾਡੇ ਕੋਲੇ ਕਈ ਐਸੇ ਪਰਿਵਾਰ ਨੇ ਜਿਨ੍ਹਾਂ ਦੇ ਬੱਚੇ ਬਾਹਰ ਗਏ ਹੋਏ ਨੇ ਤੇ ਉਹ ਆਪਣੇ ਪੇਰੈਂਟਸ ਨੂੰ ਬੁਲਾਉਣਾ ਚਾਹੁੰਦੇ ਨੇ ਲੇਕਿਨ ਉਹ ਕਹਿੰਦੇ ਜੀ ਅਸੀਂ ਜਾਵਾਂਗੇ ਕਿਵੇਂ, ਸਾਨੂੰ ਤਾਂ ਨਸ਼ੇ ਦੀ ਆਦਤ ਹੈ, ਅਸੀਂ ਤਾਂ ਫੀਮ ਖਾਂਦੇ ਹਾਂ, ਭੁੱਕੀ ਖਾਂਦੇ ਹਾਂ ਜਾਂ ਟੀਕਾ ਲਾਉਂਦੇ ਹਾਂ, ਬਾਹਰ ਜਾ ਕੇ ਅਸੀਂ ਕੀ ਕਰਾਂਗੇ। ਅੱਛਾ, ਸ਼ਰਾਬ ਛਡਾ ਦਿੰਦੇ ਤੁਸੀਂ? ਇੱਕ ਸ਼ਖਸ ਨੂੰ ਕਹਿ ਰਹੇ ਸੀ ਜਿਹੜਾ ਤੁਹਾਡੇ ਕੋਲ ਬੈਠਾ ਸੀ ਕਿ ਬਗੈਰ ਮਰੀਜ਼ ਨੂੰ ਦੱਸੇ ਜਿਹੜਾ ਤੁਸੀਂ ਸ਼ਰਾਬ ਛਡਾ ਦਿੰਦੇ ਹੋ, ਸ਼ਰਾਬ ਤੋਂ ਨਫ਼ਰਤ ਕਰਾ ਦਿੰਦੇ ਹੋ, ਉਹ ਕੀ ਨੁਸਖਾ ਜੀ ਫਿਰ? ਸਰ ਜੀ ਉਹ ਦੇਖੋ ਸਾਡੇ ਕੋਲੇ ਹੁਣ ਜਿਹੜੀਆਂ ਬੀਬੀਆਂ ਫੋਨ ਕਰਦੀਆਂ, ਕਿਉਂਕਿ ਇੱਕ ਅਸੀਂ ਸ਼ਰਾਬ ਦਾ ਨਸ਼ਾ ਹੀ ਅਸੀਂ ਐਸਾ ਹੈਗਾ ਜਿਹਨੂੰ ਅਸੀਂ ਬਿਨਾਂ ਦੱਸੇ ਛਡਾ ਦਿੰਦੇ ਹਾਂ। ਉਹਦੇ ਵਿੱਚ ਕੀ ਹੁੰਦਾ ਕਿ ਪੇਸ਼ੈਂਟ ਨੂੰ ਬਿਨਾਂ ਦੱਸੇ ਉਹਦੇ ਖਾਣੇ 'ਚ ਮਿਲਾ ਕੇ ਤੁਸੀਂ ਸਾਡੀ ਦਵਾਈ ਦੇਣੀ ਹੁੰਦੀ ਹੈ ਤੇ ਉਹ ਦਵਾਈ ਦੇ ਨਾਲ ਪੇਸ਼ੈਂਟ ਨੂੰ ਕੀ ਹੁੰਦਾ ਹੈ ਕਿ ਜਦੋਂ ਆਪਾਂ ਉਹਨੂੰ ਦਵਾਈ ਦਿੱਤੀ ਉਹਦੇ ਸਰੀਰ ਦੇ ਅੰਦਰ ਚਲੀ ਗਈ ਖਾਣੇ 'ਚ ਮਿਲਾ ਕੇ, ਦਵਾਈ ਦਾ ਕੋਈ ਟੇਸਟ ਨਹੀਂ ਹੈ, ਕੋਈ ਕਲਰ ਨਹੀਂ ਹੈ, ਤਾਂ ਪੇਸ਼ੈਂਟ ਨੂੰ ਤਾਂ ਪਤਾ ਹੀ ਨਹੀਂ ਚੱਲਦਾ ਕਿ ਮੈਂ ਜੋ ਖਾਣਾ ਖਾਇਆ ਉਹਦੇ ਵਿੱਚ ਕੋਈ ਦਵਾਈ ਮਿਲੀ ਹੋਈ ਸੀ। ਲੇਕਿਨ ਜਦੋਂ ਦਵਾਈ ਉਹਦੇ ਅੰਦਰ ਚਲੀ ਜਾਂਦੀ ਹੈ ਉਸ ਤੋਂ ਬਾਅਦ ਉਹ ਜਦੋਂ ਵੀ ਕਦੇ ਸ਼ਰਾਬ ਪੀਣ ਦੀ ਕੋਸ਼ਿਸ਼ ਕਰਦਾ ਦੁਪਹਿਰੇ ਸ਼ਾਮ ਨੂੰ, ਤਾਂ ਉਹ ਦਵਾਈ ਦੇ ਨਾਲ ਸਾਡੀ ਜਿਹੜੀ ਉਸ ਸ਼ਰਾਬ ਦਾ ਉਹ ਰਿਐਕਸ਼ਨ ਹੁੰਦਾ ਹੈ ਜਿਹਦੀ ਵਜ੍ਹਾ ਕਰਕੇ ਉਹਨੂੰ ਥੋੜ੍ਹੀ ਬਹੁਤੀ ਘਬਰਾਹਟ ਜੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਇੱਕ ਸਾਡੀ ਦਵਾਈ ਉਸ ਦੀ ਬੋਡੀ ਦੇ ਅੰਦਰੋਂ ਜਿੰਨਾ ਵੀ ਨਸ਼ਾ ਉਹਦੇ ਅੰਦਰ ਘਰ ਕੀਤਾ ਵਾ ਹੁੰਦਾ ਉਹਨੂੰ ਹੌਲੀ ਅੰਦਰ, ਜਿਵੇਂ ਆਪਾਂ ਕਹਿੰਦੇ ਹਾਂ ਬੋਡੀ ਨੂੰ ਡਿਟੌਕਸ ਕਰਦੀ ਹੈ, ਤਾਂ ਉਹ ਉਹਨੂੰ ਡਿਟੌਕਸ ਕਰਨਾ ਸ਼ੁਰੂ ਕਰ ਦਿੰਦੀ ਹੈ। ਤਾਂ ਉਹਦੇ ਕਰਕੇ ਪੇਸ਼ੈਂਟ ਕੁਛ ਹੀ ਦਿਨਾਂ ਦੇ ਵਿੱਚ ਹੌਲੀ ਖੁਦ ਹੀ ਆਪ ਹੀ ਨਸ਼ੇ ਤੋਂ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਹੈ। ਅੱਛਾ, ਕਿੰਨੇ ਮਰੀਜ਼, ਕਿੰਨਾ ਕੁ ਟਾਈਮ ਹੈ ਜਿਹੜਾ ਚਿੱਟੇ ਵਾਲੇ ਨੂੰ, ਭੁੱਕੀ ਵਾਲੇ ਨੂੰ, ਅਫੀਮ ਵਾਲੇ ਨੂੰ, ਸਮੈਕ ਵਾਲੇ ਨੂੰ, ਗਾਂਜੇ ਵਾਲੇ ਨੂੰ, ਹੈਰੋਇਨ ਵਾਲੇ ਨੂੰ ਜਾਂ ਫਿਰ ਸ਼ਰਾਬ ਵਾਲੇ ਨੂੰ ਆਮ ਤੌਰ 'ਤੇ ਰੂਟੀਨ ਦੇ ਵਿੱਚ ਇੱਕ ਆਮ ਜ਼ਿੰਦਗੀ ਦੇ ਵਿੱਚ ਤੁਸੀਂ ਲੈ ਆਉਣੇ ਹੋ ਆਪਣੇ ਨੁਸਖਿਆਂ ਦੇ ਜ਼ਰੀਏ? ਸਰ ਇਹ ਪੇਸ਼ੈਂਟ ਦੀ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਇਹ ਪੇਸ਼ੈਂਟ ਦੀ ਡੋਜ਼ 'ਤੇ ਡਿਪੈਂਡ ਕਰਦਾ ਹੈ। ਜੇ ਕੋਈ ਪੇਸ਼ੈਂਟ ਬਾਹਲੀ ਦੇਰ ਤੋਂ ਨਸ਼ਾ ਕਰਦਾ ਆ ਰਿਹਾ ਔਰ ਉਹਦੀ ਡੋਜ਼ ਵੀ ਜ਼ਿਆਦਾ ਹੈਗੀ ਹੈ ਤਾਂ ਮੰਨ ਕਰੋ ਉਸ ਨੂੰ 40-45 ਦਿਨ ਤੋਂ ਲੈ ਕੇ 60 ਦਿਨ ਵੀ ਲੱਗ ਜਾਂਦੇ ਆ ਇਸ ਚੀਜ਼ ਤੋਂ ਬਾਹਰ ਆਉਣ 'ਚ। ਕੋਈ ਸਾਡੇ ਕੋਲੇ ਪੇਸ਼ੈਂਟ ਐਸੇ ਵੀ ਹੈਗੇ ਨੇ ਜਿਹੜੇ ਸਾਡੇ ਕੋਲੋਂ 30 ਦਿਨਾਂ ਦੀ ਦਵਾਈ ਲੈ ਕੇ ਜਾਂਦੇ ਆ, ਮੁੜ ਕੇ ਉਹਨਾਂ ਦਾ ਫੋਨ ਹੀ ਆਉਂਦਾ ਸਾਡੇ ਕੋਲ ਕਿ ਡਾਕਟਰ ਸਾਹਿਬ ਮੈਂ ਤਾਂ ਨਸ਼ਾ ਛੱਡ ਚੁੱਕਿਆ ਜੀ, ਮੈਨੂੰ ਤਾਂ ਹੁਣ ਤੋੜ ਵੀ ਨਹੀਂ ਲੱਗਦੀ। ਠੀਕ ਹੈ। ਔਰ ਕਈ ਪੇਸ਼ੈਂਟ ਸਾਡੇ ਕੋਲ ਐਸੇ ਵੀ ਹੈਗੇ ਨੇ ਜਿਨ੍ਹਾਂ ਨੂੰ 90 ਦਿਨ ਵੀ ਦਵਾਈ ਚੱਲਦੀ ਹੈ। ਤਾਂ ਉਹ ਪੇਸ਼ੈਂਟ ਦੀ ਕੰਡੀਸ਼ਨ ਦੇ, ਹਾਂ, ਪੇਸ਼ੈਂਟ ਟੂ ਪੇਸ਼ੈਂਟ ਡਿਪੈਂਡ ਕਰਦਾ ਹੈ, ਉਹਦੀ ਪ੍ਰੋਬਲਮ 'ਤੇ ਡਿਪੈਂਡ ਕਰਦਾ, ਉਹਦੀ ਡੋਜ਼ 'ਤੇ ਡਿਪੈਂਡ ਕਰਦਾ। ਅੱਛਾ, ਅਤੇ ਫਿਰ ਜੇਕਰ ਤੁਹਾਨੂੰ ਵੈਜ ਮਿਲਣਾ ਹੋਵੇ, ਤੁਸੀਂ ਕਿਹੜੀ ਥਾਂ ਦੇ ਉੱਤੇ ਬੈਠੇ ਹੋ ਇਸ ਵੇਲੇ ਅਤੇ ਤੁਹਾਡੇ ਨਾਲ ਰਾਬਤਾ ਕਿਵੇਂ ਕਰ ਸਕਦੇ ਜਿਨ੍ਹਾਂ ਨੂੰ ਇਹ ਨੁਸਖਾ ਨਹੀਂ ਫਿੱਟ ਬੈਠਦਾ ਅਤੇ ਉਹਨਾਂ ਨੂੰ ਕੋਈ ਹੋਰ ਨੁਸਖਾ ਤੁਸੀਂ, ਤਾਂ ਕਿ ਤੁਹਾਡੇ ਕੋਲੋਂ ਫਾਇਦਾ ਚੱਕਣ ਲੋਕ, ਉਹ ਨੁਸਖਾ ਤੁਹਾਡੇ ਕੋਲੋਂ ਲੈ ਸਕਣ? ਮਿਲਣ ਦਾ ਕੀ ਹੁੰਦਾ ਹੈ, ਕੀ ਰਾਬਤਾ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ ਤੁਹਾਡੇ ਨਾਲ?
ਸਰ ਜੀ ਦੇਖੋ, ਸਾਡਾ ਮੋਬਾਈਲ ਨੰਬਰ ਵੀ ਸਕਰੀਨ ਦੇ ਉੱਤੇ ਤੁਹਾਡੇ ਸ਼ੋਅ ਹੋ ਰਿਹਾ ਹੋਏਗਾ। ਤੁਸੀਂ ਉਸ ਮੋਬਾਈਲ ਦੇ ਨੰਬਰ ਰਾਹੀਂ ਸਾਨੂੰ ਵੀ ਸੰਪਰਕ ਕਰ ਸਕਦੇ ਹੋ। ਜੇ ਤੁਸੀਂ ਵੈਸੇ ਮੈਂ ਦੱਸ ਦਵਾਂ ਵੀ ਮੈਂ ਪਟਿਆਲੇ ਬੱਸ ਸਟੈਂਡ ਦੇ ਸਾਹਮਣੇ ਸਾਡਾ ਕਲੀਨਿਕ ਹੈ। ਕਿੰਨੇ ਸਾਲ ਹੋ ਗਏ ਸਰ? ਉਰੇ ਸਾਨੂੰ 10-12 ਸਾਲ ਹੋ ਗਏ ਕਲੀਨਿਕ ਕਰਦੇ ਨੂੰ, ਤੇ ਆਨੰਦ ਦਵਾਖਾਨਾ ਦੇ ਨਾਮ ਤੇ ਕਲੀਨਿਕ ਹੈਗਾ। ਤੁਸੀਂ ਪਟਿਆਲੇ ਜਦੋਂ ਵੀ ਤੁਸੀਂ ਆਉਂਦੇ ਹੋ ਬੱਸ ਸਟੈਂਡ ਦੇ ਬਿਲਕੁਲ ਬਾਹਰ ਨਿਕਲਦੇ ਹੀ ਸਾਡਾ ਕਲੀਨਿਕ ਹੈਗਾ। ਤੁਸੀਂ ਕਿਸੇ ਨੂੰ ਪੁੱਛ ਵੀ ਸਕਦੇ ਹੋ ਜੇ ਨਹੀਂ ਸਮਝ ਆਉਂਦਾ, ਜਾਂ ਜਿਹੜਾ ਸਾਡਾ ਨੰਬਰ ਸਕਰੀਨ ਦੇ ਉੱਤੇ ਡਿਸਪਲੇ ਹੋਇਆ ਵਾ ਤੁਸੀਂ ਉਸ ਨੰਬਰ ਦੇ ਰਾਹੀਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਠੀਕ ਹੈ, ਤੁਸੀਂ ਦਵਾਈ ਸਾਡੇ ਕੋਲੋਂ ਮੰਗਵਾ ਵੀ ਸਕਦੇ ਹੋ ਤੇ ਖੁਦ ਆ ਕੇ ਵੀ ਲੈ ਕੇ ਜਾ ਸਕਦੇ ਹੋ। ਸਾਡੇ ਕੋਲੇ ਮਤਲਬ ਬਾਹਰ ਭੇਜਣ ਦਾ ਵੀ ਸਾਡੇ ਕੋਲੇ ਪ੍ਰਬੰਧ ਹੈਗਾ। ਜਿਵੇਂ ਦੇਸ਼ ਵਿਦੇਸ਼ 'ਚ ਵੀ ਜੇ ਤੁਸੀਂ ਦਵਾਈ ਮੰਗਾਉਣਾ ਹੋਵੇ, ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਜਿਹੜਾ ਵੀ ਤੁਸੀਂ ਕੰਟਰੀ ਦੇ ਵਿੱਚ ਰਹਿੰਦੇ ਹੋ ਤੇ ਤੁਸੀਂ ਇਸ ਦਲਦਲ 'ਚੋਂ ਬਾਹਰ ਨਿਕਲਣਾ ਚਾਹੁੰਦੇ ਹੋ ਤਾਂ ਸਾਨੂੰ ਤੁਸੀਂ ਫ਼ੋਨ 'ਤੇ ਸੰਪਰਕ ਕਰਕੇ ਤੁਸੀਂ ਦਵਾਈ ਲੈ ਸਕਦੇ ਹੋ। ਕੋਈ ਸਾਡੇ ਕੋਲੇ ਸਾਰੇ ਹੈਗੇ ਆ, ਕੋਰੀਅਰਸ ਦੇ ਰਾਹੀਂ ਅਸੀਂ ਪੇਸ਼ੈਂਟ ਨੂੰ ਬਾਹਰ ਦਵਾਈ ਭੇਜਦੇ ਹਾਂ। ਤੇ ਉਰੇ ਇੰਡੀਆ ਦੇ ਅੰਦਰ ਵੀ ਸਾਡੇ ਕੋਲੇ ਕਈ ਪੇਸ਼ੈਂਟ ਸਾਡੇ ਕੋਲੋਂ ਆ ਕੇ ਦਵਾਈ ਲੈ ਕੇ ਜਾਂਦੇ ਆ। ਔਰ ਜਿਹੜੇ ਕਿਸੇ ਆਪਣੇ ਕੰਮ ਦੀ ਵਿਅਸਤਤਾ ਦੇ ਕਾਰਨ ਨਹੀਂ ਆ ਸਕਦੇ, ਫਿਰ ਉਹ ਸਾਨੂੰ ਆਪਣਾ ਪੂਰਾ ਨਾਮ, ਪਤਾ, ਪਿੰਨ ਕੋਡ, ਨੰਬਰ ਦੇ ਨਾਲ ਦੇ ਦਿੰਦੇ ਆ ਤੇ ਅਸੀਂ ਉਹਨਾਂ ਨੂੰ ਬਾਏ ਕੋਰੀਅਰ ਜਾਂ ਬਾਏ ਡਾਕ ਅਸੀਂ ਉਹਨਾਂ ਨੂੰ ਭੇਜ ਦਿੰਦੇ ਆ। ਜੀ, ਬਹੁਤ ਬਹੁਤ ਸ਼ੁਕਰੀਆ ਜੀ ਵੈਦ, ਸਾਰੀ ਜਾਣਕਾਰੀ ਦੇਣ ਲਈ ਤੇ ਨੁਸਖਾ ਹੈ ਜਿਹੜਾ ਸਾਂਝਾ ਕਰਨ ਦੇ ਲਈ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਜੀ, ਬਹੁਤ ਸ਼ੁਕਰੀਆ। ਸੋ ਇਹ ਸਨ ਵੈਦ ਸੁਸ਼ੀਲ ਜੀ, ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਅਦਰਕ ਔਰ ਜਿਹੜਾ ਪੁਦੀਨੇ ਦੇ ਪੱਤਿਆਂ ਦੇ ਜ਼ਰੀਏ ਬਹੁਤ ਤਰੀਕੇ ਨਾਲ ਜਿਹੜਾ ਨੌਜਵਾਨ ਮੁੰਡੇ ਕੁੜੀਆਂ ਦਾ ਜਿਹੜਾ ਨਸ਼ਾ ਹੈ ਉਹ ਛੁਡਾ ਸਕਦੇ, ਜਿਹੜੀ ਅਰਲੀਅਰ ਸਟੇਜ ਦੇ ਵਿੱਚ ਨੇ, ਜਿਨ੍ਹਾਂ ਨੂੰ ਹੁਣੇ ਜਿਹੜਾ ਉਹਨਾਂ ਦਾ ਕਹਿਣਾ ਇਹ ਨੁਸਖਾ ਉਹਨਾਂ ਤੇ ਵੱਧ ਕਾਮਯਾਬ ਹੋਏਗਾ ਜਿਹੜੇ ਹੁਣੇ ਨਸ਼ਾ ਕਰਨ ਲੱਗੇ ਨੇ, ਤਾਜ਼ਾ ਨਸ਼ਾ ਕਰਨ ਲੱਗੇ ਨੇ। ਸੋ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ, ਕੋਈ ਸ਼ੰਕਾ ਆਉਂਦਾ ਹੈ ਤਾਂ ਅਸੀਂ ਨੰਬਰ ਵੀ ਦੇ ਦਿੰਦੇ ਹਾਂ ਵੈਦ ਸੁਸ਼ੀਲ ਜੀ ਦਾ, ਉਹਨਾਂ ਨਾਲ ਸੰਪਰਕ ਕਰਕੇ ਤੁਸੀਂ ਆਪਣੇ ਸਵਾਲਾਂ ਦੀ ਜਿਹੜੀ ਤ੍ਰਿਪਤੀ ਹੈ ਉਹ ਕਰ ਸਕਦੇ ਹੋ। ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।